ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਪ੍ਰਿੰਸ ਜੋਗਾਵਾਂ। ਉਮੀਦ ਹੈ ਸਾਰੇ ਚੜ੍ਹਦੀ ਕਲਾ 'ਚ ਹੋਗੇ। ਦੋਸਤੋ, ਇੱਕ ਗੱਲ ਤੇ ਗੌਰ ਖਾਸ ਕਰਨਾ ਕਿ ਖਾਲਸਾ ਰਾਜ 1,40,000 ਮਰਬਾ ਮੀਲ ਦੇ ਰਕਬੇ ਦੇ ਵਿੱਚ ਦਰਿਆਏ ਸਿੰਧ ਤੋਂ ਲੈ ਕੇ ਪੋਠੋਹਾਰ ਅਤੇ ਹਿਮਾਲਿਆ ਦੇ ਪੈਰਾਂ ਤੋਂ ਲੈ ਕੇ ਬਹਾਵਲਪੁਰ ਦੇ ਟਿੱਲਿਆਂ ਤੱਕ ਫੈਲਿਆ ਏਡਾ ਵੱਡਾ ਪੰਜਾਬ ਜਾਂ ਏਡਾ ਵੱਡਾ ਸਿੱਖ ਰਾਜ ਇਹ ਇੰਨਾ ਸੌਖਾ ਤਾਂ ਨਹੀਂ ਫੈਲਿਆ ਹੋਵੇਗਾ। ਅੱਜ ਇੱਕ ਮਰਲੇ ਦਾ ਕਬਜ਼ਾ ਵੀ ਕਿਸੇ ਦੇ ਕੋਲੋਂ ਲੈਣਾ ਹੋਵੇ ਤਾਂ ਅਗਲਾ ਜਾਨ ਦੇਣ ਤੱਕ ਜਾਂਦਾ ਹੈ, ਪਰ ਜ਼ਮੀਨ ਨਹੀਂ ਛੱਡਦਾ। ਹੁਣ ਅੰਦਾਜ਼ਾ ਕਰਨਾ, ਥੋੜ੍ਹਾ ਜਿਹਾ ਤਸੱਵੁਰ ਕਰੋ ਜਾਂ ਕਦੇ ਮੈਪ ਫੜ ਕੇ ਵੇਖਣਾ ਕਿ ਉਹ ਕਾਬਲ ਕੰਧਾਰ ਤੋਂ ਸ਼ੁਰੂ ਹੋ ਕੇ ਉਹ ਗਿਲਗਿਤ ਬਲਤਿਸਤਾਨ ਦੇ ਨਾਲ ਲੱਗਦਾ ਕਸ਼ਮੀਰ, ਫਿਰ ਕਸ਼ਮੀਰ ਤੋਂ ਜਾਂਦਾ ਹੋਇਆ ਉਹ ਚੀਨ, ਤਿੱਬਤ, ਲੇਹ ਲਦਾਖ ਦੀਆਂ ਪਹਾੜੀਆਂ ਤੱਕ ਏਡਾ ਵੱਡਾ ਖਾਲਸਾ ਰਾਜ ਹੁਣ ਕਿਸੇ ਨੇ ਪਲੇਟ ਦੇ ਵਿੱਚ ਪਾ ਕੇ ਤਾਂ ਨਹੀਂ ਦਿੱਤਾ ਹੋਵੇਗਾ। ਖਾਸ ਕਰਕੇ ਅਫਗਾਨਿਸਤਾਨ ਦੇ ਖਿੱਤੇ ਜੋ ਸਰਦਾਰ ਹਰੀ ਸਿੰਘ ਨਲਵਾ ਤੋਂ ਬਾਅਦ ਸੋਵੀਅਤ ਯੂਨੀਅਨ, ਰਸ਼ੀਆ ਅਤੇ ਅਮਰੀਕਾ ਦੇ ਵਰਗੇ ਟਿੱਲ ਲਾ ਹਟੇ ਨੇ, ਪਰ ਬਗਾਨੇ ਪੁੱਤਾਂ ਇੰਜਣ ਕਰਕੇ ਵਾਪਸ ਤੋਰੇ ਨੇ। ਹੁਣ ਉਹ ਵਾਲੇ ਖਿੱਤਿਆਂ ਦਾ ਰਾਜ ਅਗਲਿਆਂ ਨੇ ਕਿਵੇਂ ਦਿੱਤਾ ਹੋਵੇਗਾ, ਅੰਦਾਜ਼ਾ ਕਰੋ। ਗੁਰੂ ਸਾਹਿਬ ਖੁਦ ਕਹਿੰਦੇ ਨੇ ਕਿ ਕਉ ਕਿਸੀ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ, ਸ਼ਸਤਰਨ ਕੇ ਅਧੀਨ ਹੈ ਰਾਜ। ਇਹ ਹਕੀਕਤ ਹੈ ਕਿ ਰਾਜ ਬਿਨਾ ਨਾਹ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਕੋਈ ਵੀ ਕਿਸੇ ਨੂੰ ਨਹੀਂ ਦਿੰਦਾ। ਜਿਵੇਂ ਕਹਿੰਦੇ ਨੇ ਨਾ ਕਿ ਜ਼ੁਲਮ ਮੁੱਕਦੇ ਨਹੀਂ, ਠੱਲੇ ਜਾਂਦੇ ਨੇ, ਤਖਤ ਮਿਲਦੇ ਨਹੀਂ, ਮੱਲੇ ਜਾਂਦੇ ਨੇ। ਦੋਸਤੋ, ਇਹ ਆਖਰ ਵਾਲਾ ਕੋਟ ਹੈ ਜੋ ਇਹ ਇੱਕ ਤਵੀਲ ਅਰਸੇ ਤੋਂ ਮੇਰੇ ਘਰੇ ਡਰਾਇੰਗ ਰੂਮ ਦੇ ਵਿੱਚ ਲੱਗਿਆ ਹੋਇਆ ਹੈ, ਜਿਸ ਦੀ ਤਸਵੀਰ ਤੁਸੀਂ ਆਪਣੀ ਸਕਰੀਨ 'ਤੇ ਵੇਖ ਸਕਦੇ ਹੋ। ਇਹ ਦਰਅਸਲ ਮੈਂ ਆਪਣੇ ਯਾਮੇ ਦੇ ਲਈ ਨੰਬਰ ਪਲੇਟ ਬਣਵਾਈ ਸੀ, ਜਿਸ ਦੇ ਉੱਤੇ ਨੰਬਰ ਤਾਂ ਨਹੀਂ ਸੀ ਪਰ ਇਹ ਕੋਟ ਲਿਖਿਆ ਹੋਇਆ ਸੀ। ਇਸ ਦਾ ਕਰਕੇ ਜ਼ਿਆਦਾ ਵਧੀਆ ਲੱਗਣ ਦਾ ਕਾਰਨ ਮੈਂ ਇਸ ਨੂੰ ਇਸ ਦੀ ਬਣਦੀ ਜਗ੍ਹਾ ਦੇ ਉੱਤੇ ਫਿੱਟ ਕਰ ਦਿੱਤਾ। ਬਹਰਹਾਲ ਦੋਸਤੋ, ਮੇਰੇ ਕਹਿਣ ਦਾ ਮਤਲਬ ਹੈ ਕਿ ਅਸੀਂ ਕਿਸੇ ਵੀ, ਤੁਸੀਂ ਇਸ ਨੂੰ ਛੱਡ ਦਿਓ, ਅਸੀਂ ਕਿਸੇ ਦੀ ਸਕਸੈਸ ਨੂੰ ਵੀ ਦੇਖਦੇ ਹਾਂ, ਉਸ ਦੇ ਪਿੱਛੇ ਉਸ ਦਾ ਜੋ ਤਗਦਾਅ ਹੈ, ਜੋ ਉਸ ਦੀ ਸਟਰਗਲ ਹੈ, ਜੋ ਉਸਨੇ ਹਾਸਲ ਕੀਤੀ ਹੈ, ਉਸ ਨੂੰ ਨਹੀਂ ਵੇਖਦੇ। ਉਸ ਦੇ ਕਹਿਣ ਵਾਂਗ ਕਿ ਮਸਾਂ ਦਿਖਾਏ ਦਿਨ ਮੌਲਾ ਨੇ, ਦਿਨ ਆਏ ਖੁਸ਼ਹਾਲੀ ਦੇ, ਪਰ ਸਾਰੀ ਉਮਰੇ ਪਾਣੀ ਪਾ ਕੇ ਬਾਗ ਹਰੇ ਹੋਏ ਮਾਲੀ ਦੇ। ਖੈਰ ਦੋਸਤੋ, ਹੁਣ ਇਸ ਦਾ ਲੱਬੇ ਲੁਬਾਬ ਇਹ ਹੈ ਕਿ ਇਹਨਾਂ ਹੀ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਮੈਂ ਅਤੇ ਮੇਰੀ ਟੀਮ ਨੇ ਇੱਕ ਫਹਿਰਿਸਤ ਤਿਆਰ ਕੀਤੀ। ਉਹ ਫਹਿਰਿਸਤ ਹੈ ਸਰਦਾਰ ਹਰੀ ਸਿੰਘ ਨਲਵਾ ਦੇ ਵੱਲੋਂ ਸਿੱਖ ਰਾਜ ਦੇ ਲਈ, ਜਾਂ ਸਿੱਧੇ ਤੌਰ 'ਤੇ ਕਹਿ ਲਓ ਸਾਡੇ ਲਈ, ਕਿਉਂਕਿ ਅੱਜ ਜੋ ਵੀ ਹੈ ਅਸੀਂ ਉਹਨਾਂ ਦਾ ਹੀ ਨਾਮ ਲੈ ਕੇ ਡੀਂਗਾ ਮਾਰਦੇ ਹਾਂ। ਚਾਹੇ ਅਸੀਂ ਦਿੱਲੀ ਬੈਠੇ ਹੋਈਏ ਧਰਨੇ ਦੇ ਉੱਤੇ, ਜੋ ਕਿ ਅਜੇ 1-2 ਸਾਲ ਪਹਿਲਾਂ ਹੀ ਹਟ ਕੇ ਹਟਿਆ, ਜਾਂ ਕਿਸੇ ਹੋਰ ਖਿੱਤੇ ਦੇ ਵਿੱਚ ਹੋਰ ਕਮਿਊਨਿਟੀ ਦੇ ਨਾਲ ਜਦੋਂ ਕਦੇ ਤਖਤਾਂ ਤਾਜਾਂ ਨੂੰ ਜੁੱਤੀ ਥੱਲੇ ਮਸਲਣ ਦੀ ਗੱਲ ਆਉਂਦੀ ਹੈ ਤਾਂ ਫਿਰ ਉਹਨਾਂ ਦਾ ਹੀ ਨਾਮ ਲੈ ਕੇ ਅਸੀਂ ਆਪਣਾ ਸਿਰ ਉੱਚਾ ਕਰਦੇ ਹਾਂ ਅਤੇ ਸ਼ਾਨ ਬੁਲੰਦ ਰੱਖਦੇ ਹਾਂ। ਇਸ ਲਈ ਉਹਨਾਂ ਨੇ ਜਿੰਨੀਆਂ ਵੀ ਜੰਗਾਂ ਲੜੀਆਂ ਉਹਨਾਂ ਦੀ ਅਸੀਂ ਇੱਕ ਫਹਿਰਿਸਤ ਤਿਆਰ ਕੀਤੀ ਅਤੇ ਫਿਰ ਸਾਰੀਆਂ ਜੰਗਾਂ ਦੇ ਲਈ ਥੋੜ੍ਹੀ ਮਾਲੂਮਾਤ ਮੁਖਤਸਰ ਕਰਕੇ, ਕਿਉਂਕਿ ਅਗਰ ਇੱਕ ਜੰਗ ਦੇ ਬਾਰੇ ਅਸੀਂ ਪੂਰੀ ਜਾਣਕਾਰੀ ਦੇਵਾਂਗੇ ਤਾਂ ਉਹ 20-25 ਮਿੰਟ ਦੀ ਇੱਕ ਜੰਗ ਦੇ ਬਾਰੇ ਹੀ ਵੀਡੀਓ ਬਣੇਗੀ। ਇਸ ਲਈ ਅਸੀਂ ਇੱਕ 1.5 ਮਿੰਟ ਜਾਂ ਇਸ ਤੋਂ ਵੀ ਘੱਟ ਇੱਕ ਜੰਗ ਨੂੰ ਦਿੱਤਾ ਹੈ ਅਤੇ ਉਸ ਨੂੰ ਬਹੁਤ ਮੁਖਤਸਰ ਪੈਰਾਏ ਦੇ ਵਿੱਚ ਕੀਤਾ, ਯਾਨੀ ਕਿ ਛੋਟਾ ਕੀਤਾ ਅਤੇ ਮੁਨਫਰਦ ਲਹਿਜ਼ੇ ਦੇ ਵਿੱਚ, ਯਾਨੀ ਕਿ ਵੱਖਰੇ ਅੰਦਾਜ਼ੇ ਬਿਆਨ ਦੇ ਵਿੱਚ ਤੁਹਾਡੇ ਤੱਕ ਪੁੱਜਦਾ ਕਰ ਰਹੇ ਹਾਂ, ਤਾਂ ਕਿ ਜੋ ਸਾਡਾ ਮੇਨ ਪ੍ਰਿੰਸੀਪਲ ਹੈ ਕਿ ਤੁਹਾਡਾ ਸਮਾਂ ਅਤੇ ਐਨਰਜੀ ਦੋਵੇਂ ਬਚਾਏ ਜਾ ਸਕਣ ਅਤੇ ਕੱਲ੍ਹ ਨੂੰ ਕਿਤੇ 4 ਬੰਦਿਆਂ 'ਚ ਬੈਠਿਆਂ ਗੱਲ ਹੋਵੇ ਤਾਂ ਤੁਹਾਡੇ ਇਲਮ ਦੇ ਵਿੱਚ ਇਹ ਸਾਰੀ ਮਾਲੂਮਾਤ ਫਿੱਟ ਬੈਠੀ ਹੋਵੇ। ਇਸ ਲਈ ਸਾਡਾ ਮੇਨ ਫੋਕਸ ਇਸੇ 'ਤੇ ਹੀ ਹੁੰਦਾ ਹੈ ਕਿ ਅਸੀਂ ਉਸ ਕਿਤਾਬਾਂ ਦੇ ਜਾਂ ਖਰੜਿਆਂ ਦੇ ਜਾਂ ਹੋਰ ਆਨਲਾਈਨ ਡਿਜੀਟਲ ਲੀਨੀਅਰ ਤੋਂ ਜੋ ਵੀ ਪ੍ਰਾਇਮਰੀ ਅਤੇ ਸੈਕੰਡਰੀ ਸੋਰਸਸ ਹੁੰਦੇ ਨੇ ਉਹਨਾਂ ਦੇ ਮੁਤਾਲਿਆ ਕਰਕੇ ਉਸ ਫਾਰਮ ਦੇ ਵਿੱਚ ਤੁਹਾਡੇ ਤੱਕ ਪੁੱਜਦਾ ਕਰਨਾ ਜੋ ਤੁਹਾਨੂੰ ਤਰੱਦਦ ਨਾ ਕਰਨਾ ਪਵੇ। ਖੈਰ ਦੋਸਤੋ, ਸਰਦਾਰ ਹਰੀ ਸਿੰਘ ਨਲਵਾ ਜੀ ਦੀ ਜੰਗਾਂ ਦੀ ਸ਼ੁਰੂਆਤ ਦਰਅਸਲ ਬਰਨਾਲੇ ਤੋਂ ਮੰਨੀ ਜਾਂਦੀ ਹੈ, ਪਰ ਕੁਛ ਮੌਰਖੀਨਾਂ ਦੇ ਵੱਲੋਂ ਇਸ ਨੂੰ ਜੰਗ ਨਹੀਂ ਕਿਹਾ ਗਿਆ। ਇਸ ਲਈ ਸਾਡਾ ਫਰਜ਼ ਬਣਦਾ ਤੁਹਾਨੂੰ ਦੱਸਣਾ, ਕਿਉਂਕਿ ਅਸੀਂ ਕੋਸ਼ਿਸ਼ ਕੀਤੀ ਹੈ ਕਿ ਕੋਈ ਵੀ ਜੰਗ ਐਸੀ ਨਾ ਬਚੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜੋ ਅਸੀਂ ਇਸ ਫਹਿਰਿਸਤ ਦੇ ਵਿੱਚ ਦਰਜ ਕਰਨ ਤੋਂ ਖੁੰਝ ਜਾਈਏ। ਖੈਰ
ਦੋਸਤੋ ਅਸੀਂ ਪੂਰੀ ਟੀਮ ਨੇ ਰਾਏ ਕਰਨ ਤੋਂ ਬਾਅਦ ਪਹਿਲੀ ਜੰਗ ਕਸੂਰ ਦੀ ਹੀ ਮੰਨੀ ਹੈ, ਜੋ ਕਿ ਵਾਕਿਆ ਹੀ ਅਸਲ ਵਿੱਚ ਜੰਗ ਕਹਿਣ ਯੋਗ ਹੈ। ਇਹ 1807 ਦੇ ਵਿੱਚ ਲੜੀ ਗਈ ਸੀ, ਬੈਟਲ ਆਫ ਕਸੂਰ ਦੇ ਨਾਮ ਤੋਂ। ਉਸ ਤੋਂ ਬਾਅਦ 1808 ਦੇ ਵਿੱਚ ਬੈਟਲ ਆਫ ਸਿਆਲਕੋਟ ਹੋਈ, 1808 ਦੇ ਵਿੱਚ ਹੀ ਬੈਟਲ ਆਫ ਜੰਮੂ, 1813 ਦੇ ਵਿੱਚ ਬੈਟਲ ਆਫ ਅਟਕ, 1818 ਦੇ ਵਿੱਚ ਬੈਟਲ ਆਫ ਮੁਲਤਾਨ, ਫਿਰ 1819 ਦੇ ਵਿੱਚ ਬੈਟਲ ਆਫ ਸੋਪੀਅਨ, 1821 ਦੇ ਵਿੱਚ ਬੈਟਲ ਆਫ ਮੰਗਲ, 1821 ਦੇ ਵਿੱਚ ਹੀ ਬੈਟਲ ਆਫ ਮਨਕੇਰਾ, ਫਿਰ 1823 ਦੇ ਵਿੱਚ ਬੈਟਲ ਆਫ ਨੌਸ਼ਹਿਰਾ, ਫਿਰ ਇਸ ਤੋਂ ਬਾਅਦ 1824 ਦੇ ਵਿੱਚ ਬੈਟਲ ਆਫ ਸਿਰੀਕੋਟ, ਫਿਰ 1827 ਦੇ ਵਿੱਚ ਸੈਦੂ ਦੀ ਜੰਗ, ਜੋ ਕਿ ਜਿਹਾਦ ਦੇ ਨਾਂ ਦੇ ਉੱਤੇ ਵਰਗਲਾ ਕੇ ਲੜੀ ਗਈ ਸੀ। ਮੇਰੇ ਨਜ਼ਦੀਕ ਮੈਂ ਸਭ ਤੋਂ ਵੱਧ ਮੁਤਾਸਰ ਇਸ ਜੰਗ ਤੋਂ ਹੋਇਆ ਸਾਂ, ਕਿਉਂਕਿ ਇੱਕ ਪਾਸੇ ਖਾਲਸਾ ਫੌਜ ਦੀ ਗਿਣਤੀ 8000 ਅਤੇ ਦੂਸਰੇ ਪਾਸੇ 1.5 ਲੱਖ। ਇਸ ਗੱਲ ਦੀ ਪੁਸ਼ਟੀ ਬਾਰਨਸ ਅਲੈਗਜ਼ੈਂਡਰ ਆਪਣੀ ਕਿਤਾਬ ਦੇ ਵਿੱਚ ਕਰਦਾ ਹੈ। ਜਦ ਉਹ 1831 ਦੇ ਵਿੱਚੋਂ ਸੈਦੂ 'ਚੋਂ ਲੰਘਿਆ ਸੀ ਤਾਂ ਉਸਨੇ ਆਪਣੀ ਕਿਤਾਬ 'ਚ ਦਰਜ ਕੀਤਾ ਕਿ ਮੈਨੂੰ ਚਾਰੇ ਪਾਸੇ ਕਬਰਾਂ ਹੀ ਕਬਰਾਂ ਦਿਖਾਈ ਦਿੱਤੀਆਂ ਸਨ। ਉਹ ਲਿਖਦਾ ਹੈ ਕਿ ਖਾਲਸਾ ਫੌਜ ਦੀ ਗਿਣਤੀ ਮਹਿਜ਼ 7 ਤੋਂ 8000 ਦੀ ਸੀ ਅਤੇ ਦੂਸਰੇ ਪਾਸੇ 1.5 ਲੱਖ ਦਾ ਲਸ਼ਕਰ ਸੀ, ਪਰ ਫਿਰ ਵੀ ਖਾਲਸਾ ਫੌਜ ਨੇ ਕਿਲ੍ਹਾ ਖੈਰਾਬਾਦ ਦੇ ਉੱਤੇ ਫਤਿਹ ਦਰਜ ਕੀਤੀ ਸੀ। ਇਸ ਤੋਂ ਇਲਾਵਾ ਇੱਕ ਹਵਾਲਾ ਹੋਰ ਮਿਲਦਾ, ਉਹ ਮਿਲਦਾ ਲੈਫਟੀਨੈਂਟ ਵਿਲੀਅਮ ਦਾ। ਉਹ ਜਦ ਬਾਰਸਰ ਕੈਨਡ ਵੈਂਜ ਦੇ ਨਾਲ ਸੈਦੂ ਦੇ ਵਿੱਚੋਂ ਲੰਘਿਆ ਸੀ ਤਾਂ ਉਸਨੇ ਵੀ ਆਪਣੀ ਡਾਇਰੀ ਦੇ ਵਿੱਚ ਦੋਹਾਂ ਫੌਜਾਂ ਦੀ ਗਿਣਤੀ ਬਿਲਕੁਲ ਉਹੀ ਦਿੱਤੀ ਜੋ ਬਾਰਨਸ ਵਾਲੀ ਹੈ। ਅਤੇ ਸਭ ਤੋਂ ਵੱਡੀ ਗੱਲ ਕਿ ਇਹਨਾਂ ਨੂੰ ਇਹ ਗਿਣਤੀ ਕਿਸੇ ਸਿੱਖ ਨੇ ਨਹੀਂ ਦੱਸੀ, ਸਗੋਂ ਜਰਨਲ ਕੋਟ ਦੀ ਫੌਜ ਦੇ ਇੱਕ ਮੁਸਲਮਾਨ ਨਜੀਬ ਜਮਾਦਾਰ ਨੇ ਦੱਸੀ ਸੀ। ਦੋਸਤੋ, ਲੈਫਟੀਨੈਂਟ ਵਿਲੀਅਮ ਬਾਰ ਦੀ ਇਹ ਕਿਤਾਬ ਅੱਜ ਵੀ ਮੌਜੂਦ ਹੈ, ਜਿਸ ਦਾ ਨਾਮ ਹੈ ਜਰਨਲ ਆਫ ਏ ਮਾਰਚ ਫਰਾਮ ਦਿੱਲੀ ਟੂ ਪੇਸ਼ਾਵਰ। ਇਸ ਦੇ ਸਫਾ ਨੰਬਰ 203 ਦੇ ਉੱਤੇ ਇਹ ਵਾਲਾ ਵਾਕਿਆ ਦਰਜ ਮਿਲਦਾ ਹੈ, ਤੁਸੀਂ ਪੜ੍ਹ ਸਕਦੇ ਹੋ। ਦੋਸਤੋ, ਉਨੀ ਦਿਨੀ ਇਸ ਨੂੰ ਏਡੀ ਵੱਡੀ ਜਿੱਤ ਮੰਨਿਆ ਜਾਂਦਾ ਸੀ ਕਿ ਸ਼ਾਇਦ ਮੈਂ ਪਹਿਲਾਂ ਵੀ ਕਿਤੇ ਕੋਟ ਕੀਤਾ, ਇਸ ਦਾ ਹਵਾਲਾ ਦਿੱਤਾ ਹੈ ਕਿ ਡਾਕਟਰ ਮਰੇ, ਜੋ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਡਾਕਟਰ ਸੀ, ਉਸ ਦੀ ਰਿਪੋਰਟ ਮੌਜੂਦ ਹੈ ਅੱਜ ਵੀ। ਉਹ ਲਿਖਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਕਾਫੀ ਸਮੇਂ ਤੋਂ ਬਿਮਾਰ ਚੱਲਦੇ ਆ ਰਹੇ ਸਨ, ਪਰ ਜਦ ਇਹਨਾਂ ਨੂੰ ਸੈਦੂ ਦੀ ਜੰਗ ਦੇ ਅੰਦਰ ਸਿੰਘਾਂ ਦੀ ਜਿੱਤ ਦੀ ਖਬਰ ਮਿਲੀ ਤਾਂ ਸੱਚ ਜਾਣਿਓ ਉਹ ਕੁਛ ਦਿਨਾਂ ਦੇ ਵਿੱਚ ਹੀ ਰਾਜੀ ਹੋ ਗਏ ਸਨ। ਉਹ ਕਿੰਨੇ ਖੁਸ਼ ਸਨ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਉਹਨਾਂ ਨੇ ਉਚੇਚੇ ਤੌਰ ਦੇ ਉੱਤੇ ਮੈਕਲਫ ਨੂੰ, ਜੋ ਕਿ ਉਸ ਵਕਤ ਦਿੱਲੀ ਦਾ ਕਮਿਸ਼ਨਰ ਸੀ, ਉਸ ਨੂੰ ਸੈਦੂ ਦੀ ਜਿੱਤ ਦੀ ਵਧਾਈ ਦੇ ਖੱਤ ਭੇਜੇ ਸਨ। ਸ਼ੇਰੇ ਪੰਜਾਬ ਨੇ। ਖੈਰ, ਇਸ ਤੋਂ ਬਾਅਦ ਹੋਰ ਵੀ ਜੰਗਾਂ ਨੇ ਅਜੇ। ਇਹ 1827 ਦੀ ਹੈ ਬੈਟਲ ਆਫ ਸੈਦੂ। ਉਸ ਤੋਂ ਬਾਅਦ 1831 ਦੇ ਵਿੱਚ ਬੈਟਲ ਆਫ ਬਾਲਾਕੋਟ, ਫਿਰ 1837 ਦੇ ਵਿੱਚ ਬੈਟਲ ਆਫ ਪੇਸ਼ਾਵਰ ਅਤੇ 1837 ਦੇ ਵਿੱਚ ਹੀ ਬੈਟਲ ਆਫ ਜਮਰਾਦ। ਖੈਰ, ਸਾਰੀਆਂ ਜੰਗਾਂ ਦੀ ਥੋੜੀ ਜਾਣਕਾਰੀ ਦਿੰਦੇ ਹੋਇਆਂ ਅੱਗੇ ਵਧਦੇ ਹਾਂ। ਬੈਟਲ ਆਫ ਕਸੂਰ 1807। ਦੋਸਤੋ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਆਪਣਾ ਸਾਮਰਾਜ ਵੱਡਾ ਕਰਨ ਦੇ ਵਿੱਚ, ਜਾਂ ਕਹਿ ਲਓ ਕਿ ਸਿੱਖ ਰਾਜ ਦੇ ਫੈਲਾਅ ਦੇ ਵਿੱਚ ਇੱਕ ਕੰਡਾ ਦਰਪੇਸ਼ ਆ ਰਿਹਾ ਸੀ। ਉਹ ਕੰਡਾ ਕਸੂਰ ਸੀ, ਕਿਉਂਕਿ ਕਸੂਰ ਦੀ ਰਾਜਧਾਨੀ ਲਾਹੌਰ ਦੇ ਨਾਲ ਕਾਫੀ ਨੇੜਤਾ ਸੀ, ਜਿਸ ਤੋਂ ਬਾਅਦ ਸ਼ੇਰੇ ਪੰਜਾਬ ਦੇ ਵੱਲੋਂ ਇਸ ਨੂੰ ਹਥਿਆਉਣ ਦੇ ਲਈ ਲਗਾਤਾਰ 3 ਹਮਲੇ ਹੋਏ, ਪਰ ਪਹਿਲੀਆਂ ਦੇ ਵਿੱਚ ਜਿੱਤ ਨਸੀਬ ਨਹੀਂ ਹੋਈ। ਪਰ ਉਸ ਤੋਂ ਬਾਅਦ ਚੌਥੇ ਹਮਲੇ ਦੇ ਵਿੱਚ ਸਰਦਾਰ ਹਰੀ ਸਿੰਘ ਨਲਵਾ ਵੀ ਜਿਸ ਦੇ ਵਿੱਚ ਮੌਜੂਦ ਸਨ ਅਤੇ ਜੋਧ ਸਿੰਘ ਰਾਮਗੜੀਆ ਨੇ ਇਸ ਦੀ ਅਗਵਾਈ ਕੀਤੀ ਅਤੇ ਕਮਾਲ ਦੀ ਬਹਾਦਰੀ ਅਤੇ ਨਿਪੁੰਨਤਾ ਦੇ ਨਾਲ ਸਰਦਾਰ ਹਰੀ ਸਿੰਘ ਨਲਵਾ ਨੇ ਇਸ ਜੰਗ ਦੇ ਵਿੱਚ ਆਪਣੇ ਜੌਹਰ ਵਿਖਾਏ, ਜਦਕਿ ਉਦੋਂ ਤੱਕ ਸਰਦਾਰ ਹਰੀ ਸਿੰਘ ਨਲਵਾ ਕੋਈ ਵੱਡਾ ਸਰਦਾਰ ਨਹੀਂ ਸੀ। ਇਸ ਲਈ ਪਹਿਲੀ ਜੰਗ ਹੋਣ ਦਾ ਕਰਕੇ ਉਹਨਾਂ ਦੀ ਬਹਾਦਰੀ ਅਤੇ ਨਿਡਰਤਾ ਨੂੰ ਵੇਖਦਿਆਂ ਹੋਇਆਂ ਸਰਦਾਰ ਹਰੀ ਸਿੰਘ ਨਲਵਾ ਨੂੰ ਸ਼ੇਰੇ ਪੰਜਾਬ ਦੇ ਵੱਲੋਂ ਸਨਮਾਨ ਦੇ ਵਿੱਚ ਇੱਕ ਜਾਗੀਰ ਦੇ ਕੇ ਨਵਾਜਿਆ ਗਿਆ ਸੀ। ਇਸੇ ਤਰ੍ਹਾਂ 1807 ਦੇ ਵਿੱਚ ਚੌਥੇ ਹੱਲੇ ਦੇ ਦੌਰਾਨ ਸਿੱਖ ਰਾਜ ਦੇ ਅੰਦਰ ਕਸੂਰ ਨੂੰ ਸ਼ਾਮਲ ਕਰ ਲਿਆ ਗਿਆ। ਬੈਟਲ ਆਫ ਸਿਆਲਕੋਟ 1808।
ਦੋਸਤੋ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਹਰੀ ਸਿੰਘ ਨਲਵਾ ਦੇ ਜੌਹਰ ਕਸੂਰ ਦੀ ਜੰਗ ਦੇ ਵਿੱਚ ਵੇਖ ਲਏ ਸਨ। ਇਸ ਕਰਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵੱਲੋਂ ਸਰਦਾਰ ਹਰੀ ਸਿੰਘ ਨਲਵਾ ਨੂੰ ਜੀਵਨ ਸਿੰਘ ਤੋਂ ਸਿਆਲਕੋਟ ਦੀ ਜੰਗ ਜਿੱਤਣ ਦੇ ਲਈ ਨਾਮਜ਼ਦ ਕੀਤਾ ਗਿਆ, ਜਿਸ ਤੋਂ ਬਾਅਦ ਸੁਤੰਤਰ ਕਮਾਂਡ ਦੇ ਅਧੀਨ ਇਹ ਹਰੀ ਸਿੰਘ ਨਲਵਾ ਦੀ ਪਹਿਲੀ ਲੜਾਈ ਸੀ ਕਿ ਜਿਸ ਦੇ ਵਿੱਚ ਪੂਰਨ ਤੌਰ ਤੇ ਉਹਨਾਂ ਦੀ ਕਮਾਂਡ ਹੋਵੇ ਅਤੇ ਫੌਜ ਉਹਨਾਂ ਦੇ ਅੰਡਰ ਹੋਵੇ। ਮੇਰੇ ਜ਼ਾਤੀ ਖਿਆਲ ਦੇ ਨਾਲ ਸਰਦਾਰ ਹਰੀ ਸਿੰਘ ਨਲਵਾ ਦੇ ਲਈ ਇਹ ਇੱਕ ਪੁਰਖਲੂਸ ਜਿਹਾ ਅਹਿਸਾਸ ਹੋਵੇਗਾ, ਕਿਉਂਕਿ ਪਹਿਲੀ ਵਾਰ ਉਹਨਾਂ ਦੇ ਕੋਲ ਆਪਣੀ ਫੌਜ ਸੀ ਜਿਸ ਨੂੰ ਉਹ ਬਰਾਏ ਰਾਸਤ ਯਾਨੀ ਸਿੱਧੇ ਤੌਰ ਤੇ ਕਮਾਂਡ ਕਰ ਰਹੇ ਸਨ। ਖੈਰ ਇੱਕ ਗੱਲ ਹੋਰ ਦੱਸਦੇ ਚੱਲੀਏ ਕਿ ਸਰਦਾਰ ਹਰੀ ਸਿੰਘ ਨਲਵਾ ਦੀ ਉਮਰ ਉਸ ਵਕਤ ਮਹਿਜ਼ 17 ਸਾਲ ਦੀ ਸੀ। ਦੋਵੇਂ ਫੌਜਾਂ ਆਮੋ ਸਾਹਮਣੇ ਜੰਗ ਲੜਦੀਆਂ ਨੇ ਅਤੇ ਇਹ ਜੰਗ ਕੁਝ ਦਿਨ ਲੰਮਾ ਚੱਲ ਜਾਂਦਾ ਹੈ, ਪਰ ਅਖੀਰ 17 ਕੁ ਸਾਲ ਦੇ ਉਸ ਮੁਸ਼ਫਟ ਨੌਜਵਾਨ ਨੇ ਆਪਣੀ ਫੌਜ ਨੂੰ ਜਿੱਤ ਦਿਵਾਈ ਅਤੇ ਕਿਲ੍ਹੇ ਦੇ ਸਿਖਰ ਦੇ ਉੱਤੇ ਚੜ੍ਹ ਕੇ ਸਿੱਖ ਰਾਜ ਦਾ ਖਾਲਸਾਈ ਝੰਡਾ ਬੁਲੰਦ ਕੀਤਾ। ਬੈਟਲ ਆਫ ਅਟਕ 1813। ਦੋਸਤੋ ਅਟਕ ਕਿਲ੍ਹਾ ਸਿੰਧ ਨੂੰ ਪਾਰ ਕਰਨ ਵਾਲੀਆਂ ਸਾਰੀਆਂ ਫੌਜਾਂ ਦਾ ਇੱਕ ਵੱਡਾ ਅਤੇ ਮਹੱਤਵਪੂਰਨ ਖਿੱਤਾ ਸੀ, ਕਿਉਂਕਿ ਦਰਿਆਏ ਸਿੰਧ ਨੂੰ ਪਾਰ ਕਰਕੇ ਹੀ ਹਿੰਦੁਸਤਾਨ ਦੇ ਵਿੱਚ ਦਾਖਲ ਹੋਇਆ ਜਾਂਦਾ ਸੀ। 19ਵੀਂ ਸਦੀ ਦੀ ਸ਼ੁਰੂਆਤ ਦੇ ਵਿੱਚ ਕਾਬਲ ਰਾਜ ਦੇ ਅਫਗਾਨਾਂ ਨੇ ਇਸ ਕਿਲ੍ਹੇ ਨੂੰ ਸੰਭਾਲਿਆ ਹੋਇਆ ਸੀ, ਕਿਉਂਕਿ ਉਹਨਾਂ ਨੇ ਇਸ ਸਰਹੱਦ ਦੇ ਨਾਲ ਲੱਗਦੇ ਬਹੁਤ ਸਾਰੇ ਇਲਾਕੇ ਉਹਨਾਂ ਦੇ ਆਪਣੇ ਸਨ। ਦੋਸਤੋ ਅਟਕ ਦੀ ਇਹ ਲੜਾਈ ਬੜੀ ਪੇਚੀਦਾ ਸੀ, ਕਿਉਂਕਿ ਇਸ ਦੇ ਵਿੱਚ ਕਾਫੀ ਲੋਕ ਜੁੜੇ ਹੋਏ ਸਨ। ਇੱਕ ਪਾਸੇ ਕਾਬਲ ਦੇ ਸ਼ਾਹ ਮਹਿਮੂਦ ਦੀ ਵਜ਼ੀਰ ਫਤਿਹ ਖਾਂ ਅਤੇ ਉਸ ਦੇ ਭਰਾ ਦੋਸਤ ਮੁਹੰਮਦ ਖਾਂ, ਉਸ ਦੇ ਵਿਰੁੱਧ ਮਹਾਰਾਜਾ ਰਣਜੀਤ ਸਿੰਘ ਦੀ ਕਮਾਂਡ ਦੇ ਹੇਠ ਦੀਵਾਨ ਮੋਹਕਮ ਚੰਦ ਅਤੇ ਸਰਦਾਰ ਹਰੀ ਸਿੰਘ ਨਲਵਾ ਦੀ ਕਮਾਂਡ ਦੇ ਹੇਠ ਲੜੀ ਗਈ। ਦੋਸਤੋ ਸਿੱਖਾਂ ਦੇ ਵੱਲੋਂ ਲੜੀ ਗਈ ਇਹ ਇਤਿਹਾਸਕ ਜੰਗ ਸਿੰਧ ਦੇ ਕੰਢੇ ਦੇ ਉੱਤੇ ਹੋਈ ਸੀ ਅਤੇ ਇਸ ਜੰਗ ਦੇ ਵਿੱਚ ਖਾਲਸਾ ਫੌਜ ਨੇ ਫਤਿਹ ਦਰਜ ਕੀਤੀ ਸੀ। ਹਰੀ ਸਿੰਘ ਨਲਵਾ ਤੋਂ ਇਲਾਵਾ ਇਸ ਦੇ ਵਿੱਚ ਹੁਕਮ ਸਿੰਘ ਅਟਾਰੀ ਵਾਲਾ, ਸ਼ਾਮ ਸਿੰਘ ਖਾਲਸਾ, ਫਤਿਹ ਸਿੰਘ ਆਹਲੂਵਾਲੀਆ ਅਤੇ ਬਹਿਮ ਸਿੰਘ ਮੱਲਾਵਾਲਾ ਨੇ ਇਸ ਲੜਾਈ ਦੇ ਵਿੱਚ ਚੰਗੀ ਸਰਗਰਮੀ ਦੇ ਨਾਲ ਹਿੱਸਾ ਲਿਆ ਸੀ। ਦੋਸਤੋ ਜਿਸ ਤਰ੍ਹਾਂ ਖਾਲਸਾ ਫੌਜ ਨੇ ਅਟਕ ਦੀ ਇਹ ਜੰਗ ਜਿੱਤੀ ਜਾਂ ਕਹਿ ਲਓ ਲੜੀ, ਉਸ ਦਾ ਫਾਇਦਾ ਇਹ ਹੋਇਆ ਕਿ ਅਟਕ ਦੀ ਜਿੱਤ ਦੇ ਨਾਲ ਹਜ਼ਾਰਾਏ ਕਰਲੂਗ ਅਤੇ ਗੰਧਗੜ੍ਹ ਦੇ ਨਾਲ ਲੱਗਦੇ ਜਿੰਨੇ ਵੀ ਇਲਾਕੇ ਸਨ ਉਹ ਸਿੱਖਾਂ ਦੇ ਆਪਣੇ ਆਪ ਸਹਾਇਕ ਬਣ ਗਏ ਸਨ। ਅਤੇ ਬਾਅਦ ਦੇ ਵਿੱਚ 1815 ਦੇ ਵਿੱਚ ਮਤਲਬ ਇਸ ਜੰਗ ਤੋਂ 2 ਸਾਲ ਬਾਅਦ ਗੰਧਗੜ੍ਹ ਦੇ ਸ਼ੇਰਬਾਜ਼ ਖਾਨ ਨੇ ਹਰੀ ਸਿੰਘ ਨਲਵਾ ਦੇ ਅਧਿਕਾਰ ਨੂੰ ਚੁਣੌਤੀ ਦਿੱਤੀ ਅਤੇ ਜੰਗ ਲੜੀ, ਪਰ ਉਸ ਨੂੰ ਮੂੰਹ ਦੀ ਖਾਣੀ ਪਈ ਅਤੇ ਹਾਰ ਗਿਆ। ਬੈਟਲ ਆਫ ਕਸ਼ਮੀਰ 1814। ਇਹ ਇੱਕ ਕਿਸਮ ਦੀ ਕਸ਼ਮੀਰ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਸੀ। ਦੋਸਤੋ ਸਿੱਖਾਂ ਨੇ ਅਟਕ ਦੀ ਲੜਾਈ ਤੋਂ ਤੁਰੰਤ ਬਾਅਦ ਕਸ਼ਮੀਰ ਨੂੰ ਲੈਣ ਦੀ ਕੋਸ਼ਿਸ਼ ਕੀਤੀ ਸੀ। ਦੋਸਤੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਕਮਾਂਡ ਦੇ ਹੇਠ ਖਾਲਸਾ ਫੌਜ ਰਾਜੌਰੀ ਵਿੱਚ ਜਾ ਕੇ ਡੇਰਾ ਲਾ ਲੈਂਦੀ ਹੈ। ਉਧਰ ਦੀਵਾਨ ਮੋਹਕਮ ਚੰਦ ਦੇ ਪੋਤੇ ਰਾਮ ਦਿਆਲ ਦੇ ਦੁਆਰਾ ਫੌਜਾਂ ਦੀ ਅਗਵਾਈ ਸ਼੍ਰੀਨਗਰ ਕੀਤੀ ਜਾਂਦੀ ਹੈ, ਜਦੋਂ ਕਿ ਜਮਾਦਾਰ ਖੁਸ਼ਹਾਲ ਸਿੰਘ ਨੇ ਵੈਨ ਦੀ ਕਮਾਂਡ ਦਿੱਤੀ ਸੀ। ਪਰ ਇੱਥੇ ਸਭ ਕੁਝ ਪਲਾਨ ਦੇ ਅਧੀਨ ਨਹੀਂ ਚੱਲਦਾ। ਸਰਦਾਰ ਹਰੀ ਸਿੰਘ ਨਲਵਾ ਅਤੇ ਨਿਹਾਲ ਸਿੰਘ ਅਟਾਰੀ ਵਾਲਾ ਇਸ ਜੰਗ ਦੇ ਵਿੱਚ ਹਿੱਸਾ ਲੈ ਕੇ ਵੱਡੇ ਪੱਧਰ ਤੇ ਫੌਜ ਨੂੰ ਲੀਡ ਕਰ ਰਹੇ ਸਨ, ਪਰ ਉਧਰ ਕੀ ਹੁੰਦਾ ਹੈ ਕਿ ਵਿਵਸਥਾਵਾਂ ਦੀ ਕੁਛ ਘਾਟ ਹੁੰਦੀ ਹੈ ਜਾਂ ਯੋਜਨਾ ਦੀ ਕਮੀ ਕਹਿ ਸਕਦੇ ਹੋ, ਅਤੇ ਅਸਲੇ ਦੀ ਆਮਦ ਦੇ ਵਿੱਚ ਦੇਰੀ ਦਾ ਕਰਕੇ, ਅਤੇ ਇੱਕ ਹੋਰ ਕਿ ਉਸ ਵਕਤ ਮੌਸਮ ਬਹੁਤ ਖਰਾਬ ਹੋ ਜਾਂਦਾ ਹੈ ਅਤੇ ਸਹਿਯੋਗੀ ਜੋ ਪਾਰਟੀਆਂ ਨੇ ਉਹ ਵਿਸ਼ਵਾਸਘਾਤ ਕਰ ਦਿੰਦੀਆਂ ਨੇ। ਜਿਨ੍ਹਾਂ ਨੇ ਖਾਲਸਾ ਫੌਜ ਦੇ ਨਾਲ ਰਲ ਕੇ ਹੱਲਾ ਬੋਲਣ ਦਾ ਪ੍ਰਣ ਲਿਆ ਸੀ ਉਹ ਵੀ ਧੋਖਾ ਦੇ ਕੇ ਵਿਸ਼ਵਾਸਘਾਤ ਕਰ ਜਾਂਦੇ ਨੇ, ਜਿਸ ਦਾ ਕਰਕੇ ਖਾਲਸਾ ਫੌਜ ਨੂੰ ਪਿੱਛੇ ਹਟਣਾ ਪਿਆ ਅਤੇ ਖਾਲਸਾ ਫੌਜ ਜਿਵੇਂ ਸ਼ੇਰ ਹਮਲਾ ਕਰਨ ਦੇ ਵਾਸਤੇ 10 ਕਦਮ ਪਿੱਛੇ ਜਾਂਦਾ ਹੈ ਤਾਂ ਉਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਡਰ ਗਿਆ। ਉਸ ਦਾ ਮਤਲਬ ਹੈ ਕਿ ਉਹ ਤੁਹਾਡੇ ਉੱਤੇ ਅਟੈਕ ਕਰਨ ਦੇ ਲਈ ਆਪਣੀ ਪਾਵਰ ਗੇਨ ਕਰ ਰਿਹਾ ਅਤੇ ਪੈਂਤੜਾ ਪੱਕਾ ਕਰ ਰਿਹਾ। ਉਸੇ ਤਰ੍ਹਾਂ ਸਟ੍ਰੈਟਜੀ ਤਬਦੀਲ ਕੀਤੀ ਜਾਂਦੀ ਹੈ
ਅਗਲੇ ਕੁਝ ਸਾਲ ਸ਼੍ਰੀਨਗਰ ਘਾਟੀ ਦੇ ਰਸਤੇ ਕਸ਼ਮੀਰ ਦੇ ਖਿੱਤੇ ਦੇ ਵਿੱਚ ਜਿੰਨੇ ਵੀ ਮੁਸਲਮਾਨ ਮੁਖੀ ਹੁੰਦੇ ਨੇ ਉਹਨਾਂ ਨੂੰ ਅਧੀਨ ਕਰਨ ਦੇ ਵਿੱਚ ਕੁਝ ਸਾਲ ਬਤੀਤ ਕੀਤੇ ਜਾਂਦੇ ਨੇ ਅਤੇ ਉਸ ਤੋਂ ਬਾਅਦ 1815 ਅਤੇ 16 ਦੇ ਦਰਮਿਆਨ, ਕਹਿਣ ਦਾ ਮਤਲਬ ਕਿ ਪਹਿਲੇ ਹਮਲੇ ਤੋਂ 1.5 ਸਾਲ ਦੀ ਵਿੱਥ ਤੇ ਸਰਦਾਰ ਹਰੀ ਸਿੰਘ ਨਲਵਾ ਦੇ ਵੱਲੋਂ ਗੱਦਾਰ ਰਾਜੌਰੀ ਮੁਖੀ ਦੇ ਗੜ੍ਹ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਅਤੇ ਚਾਰੇ ਖਾਨੇ ਚਿੱਤ ਕਰ ਦਿੱਤੇ ਜਾਂਦੇ ਨੇ। ਬੈਟਲ ਆਫ ਮਹਿਮੂਦ ਕੋਟ 1816। ਇਹ ਮਹਿਮੂਦ ਕੋਟ ਅਤੇ ਮੁਜ਼ੱਫਰਗੜ੍ਹ ਦੇ ਵਾਲੀ ਜੋ ਜਿੱਤ ਸੀ ਉਸ ਲੜਾਈ ਦਾ ਹਵਾਲਾ ਹੈ। 1816 ਦੇ ਵਿੱਚ ਮਾਨਕੇਰਾ ਨੂੰ ਜਿੱਤ ਕੇ ਮਹਾਰਾਜਾ ਰਣਜੀਤ ਸਿੰਘ ਨੇ ਇਸ ਦੀ ਦੱਖਣੀ ਹੱਦ ਤੋਂ ਇਸ ਦੇ ਤੱਕ ਪਹੁੰਚਣ ਦਾ ਫੈਸਲਾ ਕੀਤਾ ਸੀ, ਜਿਸ ਤੋਂ ਬਾਅਦ 1816 ਦੀ ਵਿਸਾਖੀ ਤੇ ਮਿਸਰ ਦੀਵਾਨ ਚੰਦ, ਇਲਾਹੀ ਬਖਸ਼, ਫਤਿਹ ਸਿੰਘ ਆਹਲੂਵਾਲੀਆ, ਨਿਹਾਲ ਸਿੰਘ ਅਟਾਰੀਵਾਲਾ ਅਤੇ ਸਰਦਾਰ ਹਰੀ ਸਿੰਘ ਨਲਵਾ 7 ਪਲਟਨਾਂ ਲੈ ਕੇ ਚੋਟੀਖਾਨਾ ਮਹਿਮੂਦ ਕੋਟ ਦੇ ਵੱਲ ਨੂੰ ਚੱਲ ਪੈਂਦੇ ਨੇ ਅਤੇ ਪਹੁੰਚਣ ਤੋਂ ਬਾਅਦ ਜਿੱਤ ਦਰਜ ਕਰ ਲਈ ਜਾਂਦੀ ਹੈ। ਉਧਰ ਜਦ ਇਸ ਜਿੱਤ ਦੀ ਖਬਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਦੀ ਹੈ ਤਾਂ ਉਹ ਇੰਨਾ ਖੁਸ਼ ਹੁੰਦੇ ਨੇ ਕਿ ਤੋਪਾਂ ਦੀ ਗੋਲਾਬਾਰੀ ਦੇ ਨਾਲ ਇਸ ਜਿੱਤ ਦਾ ਜਸ਼ਨ ਮਨਾਇਆ ਜਾਂਦਾ ਹੈ ਅਤੇ ਇਸ ਤੋਂ ਮਹਿਜ਼ 2 ਸਾਲ ਬਾਅਦ ਜਦ ਖਾਲਸਾ ਫੌਜ ਮੁਲਤਾਨ ਜਾ ਰਹੀ ਸੀ ਤਾਂ ਉਹਨਾਂ ਨੇ ਖਾਨਗੜ੍ਹ ਅਤੇ ਮੁਜ਼ੱਫਰਗੜ੍ਹ ਦੇ ਕਿਲ੍ਹਿਆਂ ਤੇ ਵੀ ਕਬਜ਼ਾ ਕਰ ਲਿਆ ਸੀ। ਬੈਟਲ ਆਫ ਮੁਲਤਾਨ 1818। ਦੋਸਤੋ 1818 ਦੀਆਂ ਸਰਦੀਆਂ ਦੇ ਵਿੱਚ ਬਰੀ ਦੁਆਬ ਦੇ ਵਿੱਚ ਮੁਲਤਾਨ ਦੇ ਨੇੜੇ ਇੱਕ ਸਿੱਖ ਫੌਜ ਵੇਖੀ ਗਈ। ਉਹ ਚੁੱਜ ਦਵਾਬ ਨੂੰ ਜਿੱਤਣ ਦੀ ਸਫਲਤਾ ਦੇ ਉੱਤੇ ਜਸ਼ਨ ਮਨਾ ਰਹੇ ਸਨ। ਮੁਲਤਾਨ ਸ਼ਹਿਰ ਦਾ ਕਬਜ਼ਾ ਥੋੜ੍ਹੇ ਵਿਰੋਧ ਦੇ ਨਾਲ ਹੀ ਸਿੱਖਾਂ ਨੇ ਹਾਸਲ ਕਰ ਲਿਆ ਸੀ। ਹਾਲਾਂਕਿ ਕਿਲ੍ਹੇ ਦੇ ਉੱਤੇ ਕਬਜ਼ਾ ਨਹੀਂ ਸੀ ਕੀਤਾ ਜਾ ਸਕਿਆ, ਪਰ ਕਿਲ੍ਹੇ ਦੇ ਉੱਤੇ ਬੰਬਾਰੀ ਜ਼ਰੂਰ ਕੀਤੀ ਗਈ ਸੀ ਅਤੇ ਬਿਨਾਂ ਕਿਸੇ ਪ੍ਰਭਾਵ ਦੇ ਮਾਈਨਿੰਗ ਕੀਤੀ ਗਈ ਸੀ। ਮੁਲਤਾਨ ਦੀ ਜੰਗ ਦੇ ਵਿੱਚ ਸਰਦਾਰ ਹਰੀ ਸਿੰਘ ਨਲਵਾ ਅਤੇ ਸਰਦਾਰ ਨਿਹਾਲ ਸਿੰਘ ਅਟਾਰੀਵਾਲਾ ਬਹੁਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਸਨ, ਕਿਉਂਕਿ ਦੋਸਤੋ ਇਸ ਜੰਗ ਦੇ ਦੌਰਾਨ ਕਿਲ੍ਹੇ ਦੀਆਂ ਕੰਧਾਂ ਤੋਂ ਇੱਕ ਅੱਗ ਵਾਲਾ ਭਾਂਡਾ ਸੁੱਟਿਆ ਗਿਆ ਸੀ ਜੋ ਕਿ ਸਿੱਧਾ ਸਰਦਾਰ ਹਰੀ ਸਿੰਘ ਨਲਵਾ ਦੇ ਉੱਪਰ ਡਿੱਗਿਆ ਸੀ ਅਤੇ ਉਸ ਨੇ ਇੰਨੀ ਬੁਰੀ ਤਰ੍ਹਾਂ ਸਾੜਿਆ ਕਿ ਸੇਵਾ ਦੇ ਯੋਗ ਹੋਣ ਦੇ ਲਈ, ਮਤਲਬ ਕਿ ਉਹਨਾਂ ਨੂੰ ਰਿਕਵਰ ਹੋਣ ਦੇ ਲਈ ਕਈ ਮਹੀਨੇ ਦਾ ਸਮਾਂ ਲੱਗਾ ਸੀ। ਦੋਸਤੋ ਕਿਲ੍ਹੇ ਦੇ ਉੱਤੇ ਕਬਜ਼ਾ ਨਾ ਕਰ ਪਾਉਣਾ ਅਤੇ ਜੰਗ ਦਾ ਲੰਬਾ ਹੁੰਦਾ ਜਾਣਾ ਮਹਾਰਾਜਾ ਰਣਜੀਤ ਸਿੰਘ ਦੇ ਲਈ ਪਰੇਸ਼ਾਨੀ ਦਾ ਬਾਇਸ ਬਣਦਾ ਜਾ ਰਿਹਾ ਸੀ, ਪਰ ਅਖੀਰ ਖੜਕ ਸਿੰਘ ਦੀ ਨਾਮਜ਼ਦ ਕਮਾਂਡ ਅਤੇ ਮਿਸਰ ਦੀਵਾਨ ਚੰਦ ਦੀ ਅਸਲ ਕਮਾਂਡ ਦੇ ਹੇਠ ਮੁਲਤਾਨ ਦੇ ਉੱਤੇ ਜਿੱਤ ਪ੍ਰਾਪਤ ਕਰ ਲਈ ਗਈ ਸੀ। ਇਹ ਇੱਕ ਬਹੁਤ ਹੀ ਵੱਡ ਕੱਟ ਵਾਲੀ ਲੜਾਈ ਸੀ ਜਿਸ ਦੇ ਵਿੱਚ ਮੁਜ਼ੱਫਰ ਖਾਨ ਅਤੇ ਉਸ ਦੇ ਪੁੱਤਰਾਂ ਨੇ ਮਿਸਾਲੀ ਹਿੰਮਤ ਦੇ ਨਾਲ ਆਪਣਾ ਬਚਾਅ ਕੀਤਾ ਸੀ ਅਤੇ ਤਕੜੇ ਹੋ ਕੇ ਖਾਲਸਾ ਫੌਜ ਦਾ ਟਾਕਰਾ ਕੀਤਾ ਸੀ, ਜਿਸ ਦਾ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਦੇ ਬਚੇ ਪੁੱਤਰਾਂ ਨੂੰ ਸ਼ਾਬਾਸ਼ ਵੀ ਦਿੱਤੀ ਸੀ ਅਤੇ ਕਿਹਾ ਸੀ ਕਿ ਤੁਸੀਂ ਅਤੇ ਤੁਹਾਡਾ ਬਾਪ ਬਹੁਤ ਅਣਖ ਅਤੇ ਯੁਰਤ ਦੇ ਨਾਲ ਲੜਿਓ। ਬੈਟਲ ਆਫ ਪੇਸ਼ਾਵਰ 1818। ਦੋਸਤੋ ਜਦੋਂ ਸ਼ਾਹ ਮਹਿਮੂਦ ਦੇ ਬੇਟੇ ਸ਼ਾਹ ਕਾਮਰਾਨ ਨੇ ਅਗਸਤ 1818 ਦੇ ਵਿੱਚ ਆਪਣੇ ਬਾਰਕਜ਼ਈ ਵਜ਼ੀਰ ਫਤਿਹ ਖਾਨ ਨੂੰ ਮਾਰ ਦਿੱਤਾ ਸੀ ਤਾਂ ਨਤੀਜੇ ਦੇ ਵਜੋਂ ਹੋਈ ਘਰੇਲੂ ਜੰਗ ਦਾ ਫਾਇਦਾ ਸਿੱਖਾਂ ਨੇ ਲਿਆ ਅਤੇ ਉਹਨਾਂ ਦੀ ਫੌਜ ਨੇ ਰਸਮੀ ਤੌਰ ਤੇ ਸਿੰਧ ਨੂੰ ਮਜ਼ਬੂਤ ਕਰਨ ਦੇ ਵਿੱਚ ਵੱਡੀ ਅਹਿਮ ਭੂਮਿਕਾ ਨਿਭਾਈ ਅਤੇ ਕਾਬਲ ਦੀ ਜੋ ਰਾਜਧਾਨੀ ਸੀ ਪੇਸ਼ਾਵਰ, ਕਿਉਂਕਿ ਦੋਸਤੋ ਮੈਂ ਦੱਸਦਾ ਚੱਲਾਂ ਕਿ ਗਰਮੀਆਂ ਦੇ ਵਿੱਚ ਕਾਬਲ ਦੀ ਰਾਜਧਾਨੀ ਪੇਸ਼ਾਵਰ ਹੋਇਆ ਕਰਦੀ ਸੀ ਜੋ ਕਿ ਅੱਜ ਅਫਗਾਨਿਸਤਾਨ ਦੇ ਵਿੱਚ ਹੈ। ਉਸ ਪੇਸ਼ਾਵਰ ਦੇ ਵਿੱਚ ਖਾਲਸਾ ਫੌਜ ਦਾਖਲ ਹੋ ਗਈ। ਪਹਿਲੀ ਵਾਰ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਹਰੀ ਸਿੰਘ ਨਲਵਾ ਨੂੰ ਉਚੇਚੇ ਤੌਰ ਤੇ ਤਾਕੀਦ ਕੀਤੀ ਕਿ ਉਹ ਪੇਸ਼ਾਵਰ ਦੇ ਵੱਲ ਮੂਵ ਕਰਨ, ਕਿਉਂਕਿ ਉਹਨਾਂ ਦਾ ਦਬਦਬਾ ਉਹ ਆਪਣੀ ਅੱਖੀ ਵੇਖ ਚੁੱਕੇ ਸਨ। ਜਿਸ ਤੋਂ ਬਾਅਦ ਸਰਦਾਰ ਹਰੀ ਸਿੰਘ ਨਲਵਾ ਨੇ ਹੁਕਮ ਦੀ ਤਾਮੀਲ ਕਰਦਿਆਂ ਹੋਇਆਂ ਪੇਸ਼ਾਵਰ ਦੇ ਵਿੱਚ ਢਾਹ ਕੇ ਮੰਜਾ ਅਤੇ ਪੱਕੇ ਡੇਰੇ ਲਾ ਲਏ। ਬੈਟਲ ਆਫ ਕਸ਼ਮੀਰ। ਜਦ ਕਸ਼ਮੀਰ ਨੂੰ ਪੰਜਾਬ ਦਾ ਹਿੱਸਾ ਬਣਾਇਆ ਗਿਆ,
ਦੋਸਤੋ ਅਪ੍ਰੈਲ 1819 ਦੇ ਵਿੱਚ ਸਿੱਖ ਫੌਜ ਕਸ਼ਮੀਰ ਦੇ ਵੱਲ ਚਲੀ ਗਈ। ਇਸ ਮੌਕੇ ਰਾਜਕੁਮਾਰ ਖੜਕ ਸਿੰਘ ਦੇ ਕੋਲ ਨਾਮ ਮਾਤਰ ਕਮਾਂਡ ਹੀ ਮੌਜੂਦ ਸੀ। ਮਿਸਰ ਦੀਵਾਨ ਚੰਦ ਨੇ ਸਰਹੱਦ ਦੀ ਅਗਵਾਈ ਕੀਤੀ, ਜਦਕਿ ਹਰੀ ਸਿੰਘ ਨਲਵਾ ਨੂੰ ਪ੍ਰਮੁੱਖ ਫੌਜਾਂ ਦੀ ਸਹਾਇਤਾ ਦੇ ਲਈ ਅੱਗੇ ਲਿਆਂਦਾ ਗਿਆ, ਜਿਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਨਿੱਜੀ ਕਮਾਂਡ ਦੇ ਹੇਠ ਸਪਲਾਈ ਤੇਜ਼ ਕੀਤੀ ਗਈ ਅਤੇ ਉਸ ਨੂੰ ਅਗਲੇ ਸੈਨਿਕਾਂ ਦੇ ਤੱਕ ਪਹੁੰਚਾ ਦਿੱਤਾ ਗਿਆ। 5 ਜੁਲਾਈ 1819 ਦੀ ਸਵੇਰ ਸਿੱਖ ਕਾਲਮ ਬੰਗਲਾਂ ਦੀ ਆਵਾਜ਼ ਦੇ ਵੱਲ ਵਧੇ। ਦੋਵਾਂ ਫੌਜਾਂ ਦੇ ਵਿੱਚ ਇੱਕ ਗੰਭੀਰ ਵੱਡਾ ਯੁੱਧ ਹੋਇਆ ਅਤੇ ਸਿੱਖਾਂ ਨੇ ਕਸ਼ਮੀਰ ਦੇ ਉੱਤੇ ਕਬਜ਼ਾ ਕਰ ਲਿਆ। ਸਿੱਖ ਕੈਂਪ ਦੇ ਵਿੱਚ ਬੜੀ ਭਾਰੀ ਖੁਸ਼ੀ ਮਨਾਈ ਗਈ ਅਤੇ ਲਾਹੌਰ ਅਤੇ ਅੰਮ੍ਰਿਤਸਰ ਦੇ ਸ਼ਹੀਦਾਂ ਨੂੰ ਲਗਾਤਾਰ 3 ਦਿਨ ਰਾਤ ਪ੍ਰਕਾਸ਼ਮਾਨ ਕੀਤਾ ਗਿਆ। ਇਸ ਤਰ੍ਹਾਂ ਕਸ਼ਮੀਰ ਦੇ ਵਿੱਚ ਮੁਸਲਮਾਨ ਰਾਜ ਦੀਆਂ 5 ਸਦੀਆਂ ਦਾ ਅੰਤ ਹੋ ਗਿਆ। 2 ਸਾਲ ਬਾਅਦ ਹੀ ਕਸ਼ਮੀਰ ਦੇ ਰਾਜਪਾਲ ਵਜੋਂ ਜੋ ਸਭ ਤੋਂ ਪਰੇਸ਼ਾਨ ਕਰਦਾ ਸੀ ਖਾਕਾ ਮੁਖੀ ਗੁਲਾਮ ਅਲੀ ਹਰੀ ਸਿੰਘ ਨਲਵਾ ਨੇ ਉਸ ਦੀ ਅਖੀਰਲੀ ਬਗਾਵਤ ਨੂੰ ਵੀ ਕੁਚਲ ਕੇ ਰੱਖ ਦਿੱਤਾ ਸੀ। ਬੈਟਲ ਆਫ ਪਖਲੀ 1819 ਇਹ ਕਸ਼ਮੀਰ ਨੂੰ ਖਾਲਸਾ ਰਾਜ ਦੇ ਅਧੀਨ ਕਰਨ ਤੋਂ ਬਾਅਦ ਉਸੇ ਹੀ ਸਾਲ 1819 ਦੇ ਵਿੱਚ ਹੋਈ। ਦੋਸਤੋ ਮੈਂ ਇੱਥੇ ਇਹ ਵੀ ਵਾਜ਼ੇ ਕਰ ਦਿਆਂ ਕਿ ਛੋਟੀਆਂ ਲੜਾਈਆਂ ਜਿਨ੍ਹਾਂ ਨੇ ਜੰਗ ਦਾ ਰੂਪ ਨਹੀਂ ਸੀ ਧਾਰਨ ਕੀਤਾ ਜਾਂ ਜਿਨ੍ਹਾਂ ਨੂੰ ਵੱਡੀ ਜੰਗ ਦੇ ਤੌਰ ਤੇ ਨਹੀਂ ਸੀ ਕਿਹਾ ਜਾਂਦਾ, ਉਹਨਾਂ ਦਾ ਜ਼ਿਕਰ ਇਸ ਦੇ ਵਿੱਚ ਮੈਂ ਨਹੀਂ ਕੀਤਾ। ਜਿਵੇਂ ਇਸ ਤੋਂ ਪਹਿਲਾਂ ਮਿੱਠਾ ਟਵਾਣਾ ਦੀ ਜਾਗੀਰ ਨੂੰ ਸਰਦਾਰ ਹਰੀ ਸਿੰਘ ਨਲਵਾ ਦੇ ਵੱਲੋਂ ਖਾਲਸਾ ਰਾਜ ਦੇ ਅਧੀਨ ਕੀਤਾ। ਐਸੀਆਂ ਛੋਟੀਆਂ ਲੜਾਈਆਂ ਜੋ ਵਿੱਚ ਹੋਈਆਂ ਮੁਖਤਲਿਫ ਤੌਰ ਤੇ ਉਹਨਾਂ ਦਾ ਜ਼ਿਕਰ ਇਸ ਦੇ ਵਿੱਚ ਨਹੀਂ ਕੀਤਾ ਗਿਆ। ਇਸ ਦੇ ਵਿੱਚ ਜੋ ਸਰਦਾਰ ਹਰੀ ਸਿੰਘ ਨਲਵਾ ਦੇ ਵੱਲੋਂ ਵੱਡੀਆਂ ਜੰਗਾਂ ਹੋਈਆਂ ਉਹਨਾਂ ਦਾ ਹੀ ਸਿਰਫ ਜ਼ਿਕਰ ਹੈ। ਖੈਰ ਬੈਟਲ ਆਫ ਪਖਲੀ ਦੀ ਗੱਲ ਕਰਦੇ ਹਾਂ। ਦੋਸਤੋ ਅਫਗਾਨਾਂ ਦੇ ਅਧੀਨ ਹਜ਼ਾਰਾ-ਏ ਕਰਲੂਗ, ਗਾਂਧੀਗੜ੍ਹ ਅਤੇ ਜੋ ਗਾਖੜ ਦੇ ਇਲਾਕੇ ਸੀ ਇਹਨਾਂ ਨੂੰ ਅਟਕ ਤੋਂ ਚਲਾਇਆ ਜਾਂਦਾ ਸੀ। ਕਸ਼ਮੀਰ ਨੇ ਪਖਲੀ, ਦਮਦੌਰ ਅਤੇ ਦਰਬੰਦ ਦੇ ਉੱਪਰਲੇ ਜਿਹੜੇ ਇਲਾਕੇ ਸਨ ਉਹਨਾਂ ਤੋਂ ਮਾਲੀਆ ਇਕੱਠਾ ਕੀਤਾ। ਦੋਸਤੋ ਸਿੱਖਾਂ ਨੇ ਹਜ਼ਾਰਾ-ਏ ਕਰਲੂਗ ਤੋਂ ਨਜ਼ਰਾਨਾ ਇਕੱਠਾ ਕਰਨ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ, ਪਰ ਦਰਅਸਲ ਇਹ ਸਾਰੀਆਂ ਹੀ ਕੋਸ਼ਿਸ਼ਾਂ ਨਾਕਾਮ ਰਹੀਆਂ, ਬਲਕਿ ਸਿੱਖਾਂ ਦਾ ਇਸ ਦੇ ਵਿੱਚ ਬਹੁਤ ਨੁਕਸਾਨ ਵੀ ਹੋਇਆ। ਪਰ ਇਸ ਨੁਕਸਾਨ ਦੀ ਪਰਵਾਹ ਕੀਤੇ ਬਗੈਰ ਸਿੱਖ ਦਰਅਸਲ ਕਸ਼ਮੀਰ ਦੀ ਜਿੱਤ ਤੋਂ ਬਾਅਦ ਪਖਲੀ, ਦਮਦੌਰ ਅਤੇ ਦਰਬੰਦ ਤੋਂ ਮਾਲੀਆ ਵਸੂਲ ਕਰਨਾ ਚਾਹੁੰਦੇ ਸੀ ਅਤੇ ਇਸ ਜੰਗ ਦਾ ਵੱਡਾ ਕਾਰਨ ਵੀ ਇਹੀ ਬਣਿਆ। ਫਿਰ ਅਖੀਰ ਸਰਦਾਰ ਹਰੀ ਸਿੰਘ ਨਲਵਾ ਨੇ ਕਸ਼ਮੀਰ ਵਾਦੀ ਤੋਂ ਪੰਜਾਬ ਦੇ ਮੈਦਾਨ ਦੇ ਵਿੱਚ ਪਰਤਣ ਤੇ ਆਪਣੇ ਸਾਥੀਆਂ ਦੇ ਕਾਫਲੇ ਦੇ ਨਾਲ ਪਖਲੀ ਦੇ ਰਵਾਇਤੀ ਰਸਤੇ ਤੇ ਚੱਲ ਕੇ ਸਿੱਖਾਂ ਦੇ ਲਈ ਇਸ ਮਿਸ਼ਨ ਨੂੰ ਫਤਿਹ ਕੀਤਾ। ਬੈਟਲ ਆਫ ਮੰਗਲ 1821 ਹਜ਼ਾਰੇ ਦੇ ਇਲਾਕੇ ਦੇ ਵਿੱਚ ਸਰਦਾਰ ਹਰੀ ਸਿੰਘ ਨਲਵਾ ਦੀ ਸਭ ਤੋਂ ਸ਼ਾਨਦਾਰ ਸਫਲਤਾ 2 ਸਾਲ ਦੇ ਬਾਅਦ ਆਈ। 1819 ਤੋਂ 1821 ਆਪਣੀ ਕਸ਼ਮੀਰ ਦੀ ਰਾਜਪਾਲਤਾ ਦੇ ਸ਼ਾਨਦਾਰ ਸਿੱਟੇ ਵਜੋਂ ਉਹ ਘਾਟੀ ਤੋਂ ਚੱਲੇ ਅਤੇ ਆਪਣੇ 7000 ਪੈਰਾ ਦੇ ਜਵਾਨਾਂ ਦੇ ਨਾਲ ਮੁਜ਼ੱਫਰਾਬਾਦ ਵਿਖੇ ਕਿਸ਼ਨ ਗੰਗਾ ਨਦੀ ਨੂੰ ਪਾਰ ਕੀਤਾ। ਹਰੀ ਸਿੰਘ ਨਲਵਾ ਨੇ ਇਹਨਾਂ ਸਾਰੇ ਖਤਰਨਾਕ ਪਹਾੜੀ ਏਰੀਏ ਨੂੰ ਬੜੀ ਸਫਲਤਾ ਦੇ ਨਾਲ ਪਾਰ ਕੀਤਾ। ਹਾਲਾਂਕਿ ਜਦੋਂ ਉਹਨਾਂ ਦਾ ਕਾਫਲਾ ਮੰਗਲ ਦੇ ਕੋਲ ਪਹੁੰਚਿਆ ਤਾਂ ਉਹਨਾਂ ਨੇ ਵੇਖਿਆ ਕਿ ਉਹਨਾਂ ਦੇ ਰਾਹ ਦਾ ਵਿਰੋਧ ਕੀਤਾ ਗਿਆ ਸੀ। ਦਰਅਸਲ ਪ੍ਰਾਚੀਨ ਰਾਜਧਾਨੀ ਉਰਸਾ ਦੀ ਮੰਗਲ ਹੁਣ ਜਾਦੂਨਾ ਦੇ ਸਰਦਾਰ ਦਾ ਗੜ੍ਹ ਬਣ ਚੁੱਕੀ ਸੀ, ਜਿਸ ਨੇ ਦਮਟੌਰ ਦੇ ਸਾਰੇ ਇਲਾਕਿਆਂ ਨੂੰ ਨਿਯੰਤਰਿਤ ਕੀਤਾ ਹੋਇਆ ਸੀ। ਹਰੀ ਸਿੰਘ ਨਲਵਾ ਨੇ ਕਬੀਲਿਆਂ ਨੂੰ ਉਹਨਾਂ ਦੇ ਪ੍ਰਦੇਸ਼ ਦੇ ਵਿੱਚੋਂ ਲੰਘਣ ਦੀ ਬੇਨਤੀ ਕੀਤੀ, ਪਰ ਉਹਨਾਂ ਨੇ ਇੱਕ ਵੱਖਰੀ ਹੀ ਮੰਗ ਰੱਖ ਦਿੱਤੀ ਕਿ ਜਿੰਨਾ ਵੀ ਕਸ਼ਮੀਰ ਦਾ ਸਮਾਨ ਤੁਹਾਡਾ ਕਾਫਲਾ ਲੈ ਕੇ ਲੰਘ ਰਿਹਾ ਹੈ ਉਸ ਸਾਰੇ ਖਜ਼ਾਨੇ ਦੇ ਉੱਤੇ, ਸਮਾਨ ਦੇ ਉੱਤੇ ਟੈਕਸ ਦੇਣਾ ਪਵੇਗਾ। ਪਰ ਸਰਦਾਰ ਹਰੀ ਸਿੰਘ ਨਲਵਾ ਦਾ ਦਾਅਵਾ ਸੀ ਕਿ ਜੋ ਵੀ ਸਮਾਨ ਉਹ ਆਪਣੇ ਨਾਲ ਲਿਜਾ ਰਹੇ ਨੇ ਉਹ ਵਪਾਰਕ ਉਦੇਸ਼ਾਂ ਦੇ ਲਈ ਤਾਂ ਮੰਨਿਆ ਹੀ ਨਹੀਂ ਜਾਂਦਾ, ਇਸ ਲਈ ਟੈਕਸ ਦੇਣ ਦਾ ਕੋਈ ਮਤਲਬ ਪੈਦਾ ਹੀ ਨਹੀਂ ਹੁੰਦਾ। ਖਾਲਸਾ ਵੈਸੇ ਵੀ ਟੈਕਸ ਨਹੀਂ ਦਿਆ ਕਰਦਾ। ਖੈਰ ਕੋਈ ਗੱਲਬਾਤ ਦੇ ਵਿੱਚ ਹੱਲ ਨਿਕਲਦਾ ਜਦ ਨਾ ਦੱਸਿਆ ਤਾਂ ਸਰਦਾਰ ਹਰੀ ਸਿੰਘ ਨਲਵਾ ਦੇ ਵੱਲੋਂ ਜੰਗ ਦਾ ਬਿਗਲ ਵਜਾ ਦਿੱਤਾ ਗਿਆ।
ਜਿਸ ਤੋਂ ਬਾਅਦ ਸੁਭਾਵਕ ਹੈ ਕਿ ਜੰਗ ਹੋਣੀ ਹੀ ਸੀ ਅਤੇ ਹੋਈ ਵੀ, ਜਿਸ ਤੋਂ ਬਾਅਦ ਖਾਲਸਾ ਫੌਜ ਨੇ ਟਿਕਾ ਕੇ ਖੰਡਾ ਖੜਕਾਇਆ ਅਤੇ ਆਪਣੀ ਜਿੱਤ ਦਰਜ ਕੀਤੀ, ਜਿਸ ਤੋਂ ਬਾਅਦ ਉਲਟਾ ਸਰਦਾਰ ਹਰੀ ਸਿੰਘ ਨਲਵਾ ਦੇ ਵੱਲੋਂ ਇਸ ਹਰ ਘਰ ਤੋਂ ਜੁਰਮਾਨਾ ਵਸੂਲ ਕੀਤਾ ਗਿਆ ਅਤੇ ਉਸ ਤੋਂ ਬਾਅਦ ਇਸ ਦੇ ਆਸ-ਪਾਸ ਇੱਕ ਕਿਲ੍ਹਾ ਵੀ ਤਾਮੀਲ ਕਰਵਾਇਆ ਗਿਆ। ਬੈਟਲ ਆਫ ਮਨਕੇਰਾ 1822। ਸਿੰਧ ਸਾਗਰ ਦੁਆਬ ਮੁੱਖ ਤੌਰ ਤੇ ਮਨਕੇਰਾ ਅਤੇ ਮਿੱਠਾ ਟਵਾਣਾ ਤੋਂ ਨਿਯੰਤਰਿਤ ਕੀਤਾ ਗਿਆ ਸੀ। ਦੁਰਾਨੀਆਂ ਦੇ ਰਿਸ਼ਤੇਦਾਰ ਨਵਾਬ ਹਾਫਿਜ਼ ਅਹਿਮਦ ਖਾਨ ਨੇ ਇਸ ਇਲਾਕੇ ਦੇ ਵਿੱਚ ਆਪਣਾ ਕਾਫੀ ਪ੍ਰਭਾਵ ਪਾਇਆ ਹੋਇਆ ਸੀ। ਮਨਕੇਰਾ ਦੇ ਇਲਾਵਾ ਉਸ ਨੇ 12 ਕਿਲ੍ਹਿਆਂ ਦੇ ਦੁਆਰਾ ਇੱਕ ਸੁਰੱਖਿਅਤ ਵੱਡੇ ਇਲਾਕੇ ਦੀ ਕਮਾਂਡ ਸਾਂਭੀ ਹੋਈ ਸੀ। ਕਾਬਲ ਦੇ ਵਿੱਚ ਅਫਗਾਨ ਸ਼ਾਸਨ ਦੇ ਕਮਜ਼ੋਰ ਹੋਣ ਦੇ ਨਾਲ ਅਟਕ, ਮਾਨਕੇਰਾ, ਮਿੱਠਾ ਟਵਾਣਾ ਅਤੇ ਖੁਸ਼ਬ ਦੇ ਰਾਜਪਾਲਾਂ ਨੇ ਆਪਣੀ ਆਜ਼ਾਦੀ ਦਾ ਐਲਾਨ ਕਰ ਦਿੱਤਾ ਸੀ। ਦੋਸਤੋ, ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹੀ ਡੇਰਾ ਵਿੱਚ ਰਾਵੀ ਨਦੀ ਦੇ ਪਾਰ 1821 ਦਾ ਦੁਸ਼ਹਿਰਾ ਮਨਾਇਆ। ਕਸ਼ਮੀਰ ਦਾ ਰਾਜਪਾਲ ਹਰੀ ਸਿੰਘ ਉਸ ਇਲਾਕੇ ਦਾ ਸਭ ਤੋਂ ਵੱਧ ਵਾਕਫ ਸੀ, ਜਿਸ ਦੇ ਉੱਤੇ ਹੁਣ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਨਿਗਾਹ ਰੱਖੀ ਹੋਈ ਸੀ। ਨਲਵਾ ਨੂੰ ਜਲਦੀ ਹੀ ਸਿੰਧ ਨਦੀ ਦੇ ਵੱਲ ਜਾਂਦੇ ਹੋਏ ਲਾਹੌਰ ਦੀ ਸੈਨਾ ਵਿੱਚ ਸ਼ਾਮਲ ਹੋਣ ਦੇ ਲਈ ਬੁਲਾਇਆ ਗਿਆ। ਮਹਾਰਾਜਾ ਰਣਜੀਤ ਸਿੰਘ ਅਤੇ ਉਹਨਾਂ ਦੀ ਸੈਨਾ ਨੇ ਜੇਹਲਮ ਨੂੰ ਪਾਰ ਕੀਤਾ ਅਤੇ ਹਰੀ ਸਿੰਘ ਨਲਵਾ ਕਸ਼ਮੀਰ ਦੇ ਪਲਾਟਾਂ ਦੇ ਨਾਲ ਮਿੱਠਾ ਟਵਾਣਾ ਦੇ ਵਿੱਚ ਉਹਨਾਂ ਦੇ ਨਾਲ ਸ਼ਾਮਲ ਹੋ ਗਏ। ਹਰੀ ਸਿੰਘ ਨਲਵਾ ਦੇ ਸ਼ਾਮਲ ਹੋਣ ਤੋਂ ਬਾਅਦ ਜਦ ਦੋਵੇਂ ਫੌਜਾਂ ਇਕੱਠੀਆਂ ਹੋਈਆਂ ਤਾਂ ਨਵੰਬਰ ਦੇ ਸ਼ੁਰੂ ਵਿੱਚ ਹੀ ਸਿੱਖਾਂ ਨੇ ਹਮਲਾਵਰ ਕਾਰਵਾਈ ਸ਼ੁਰੂ ਕਰ ਦਿੱਤੀ। ਨਵਾਬ ਹਾਫਿਜ਼ ਅਹਿਮਦ ਦੇ ਪੂਰਵਜ ਨਵਾਬ ਮੁਹੰਮਦ ਖਾਨ ਨੇ ਮਨਕੇਰਾ ਦੇ ਦੁਆਲੇ 12 ਕਿਲ੍ਹੇ ਹੈਦਰਾਬਾਦ, ਮੌਜਗੜ੍ਹ, ਫਤਿਹਪੁਰ, ਪਿੱਪਲ, ਦਰਿਆ ਖਾਨ, ਖਾਨਪੁਰ, ਝੰਡਾਂਵਾਲਾ, ਕਲੌਰ, ਦੂਲੇਵਾਲ, ਭਿੱਕੜ, ਗਿਆਨਾ ਅਤੇ ਚੁਬਾਰਾ ਦੇ ਨਾਲ ਇੱਕ ਵੱਡੀ ਘੇਰਾਬੰਦੀ ਕੀਤੀ ਹੋਈ ਸੀ। ਇਹਨਾਂ 12 ਕਿਲ੍ਹਿਆਂ ਦੀ ਸਿੱਖ ਫੌਜ ਨੇ ਇਹਨਾਂ ਕਿਲ੍ਹਿਆਂ ਦੇ ਉੱਤੇ ਕਬਜ਼ਾ ਕਰ ਲਿਆ ਅਤੇ ਜਲਦੀ ਹੀ ਇਹੀ ਜਗ੍ਹਾ ਜੋ ਜਿੱਤਣੀ ਬਾਕੀ ਸੀ ਖੁਦ ਮਨਕੇਰਾ ਦੀ ਹੀ ਸੀ, ਕਿਉਂਕਿ ਇਹੀ ਬਾਕੀ ਰਹਿ ਚੁੱਕੀ ਸੀ। ਬਾਕੀ ਕਿਲ੍ਹੇ ਪਹਿਲਾਂ ਹੀ ਖਾਲਸਾ ਫੌਜ ਦੇ ਕਬਜ਼ੇ ਵਿੱਚ ਆ ਚੁੱਕੇ ਸਨ। ਜੋ ਬਚਿਆ ਇਲਾਕਾ ਸਿਰਫ ਮਨਕੇਰਾ ਦਾ ਹੀ ਸੀ। ਕੁਝ ਸਾਲ ਪਹਿਲਾਂ ਮਨਕੇਰਾ ਦੇ ਨਵਾਬ ਨੇ ਮਿੱਠਾ ਟਵਾਣਾ ਨੂੰ ਹਾਸਲ ਕਰਨ ਦੇ ਵਿੱਚ ਸਰਗਰਮੀ ਦੇ ਨਾਲ ਹਿੱਸਾ ਲਿਆ ਸੀ। ਇਸੇ ਲਈ ਹੀ ਟਿਵਾਣ, ਜੋ ਕਿ ਹੁਣ ਹਰੀ ਸਿੰਘ ਨਲਵਾ ਦੀਆਂ ਜ਼ਗੀਰਦਾਰਾਂ ਨੇ, ਉਹ ਨਵਾਬ ਤੋਂ ਵਾਪਸ ਲਿਆਉਣ ਦੇ ਲਈ ਬਹੁਤ ਉਤਸੁਕ ਸੀ। ਇਸ ਲਈ ਸਿੱਖ ਫੋਰਸਾਂ ਨੂੰ 3 ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਇੱਕ ਹਿੱਸਾ ਸਰਦਾਰ ਹਰੀ ਸਿੰਘ ਨਲਵਾ ਦੇ ਅੰਡਰ ਸੀ ਅਤੇ ਹਰ ਇੱਕ ਟੁਕੜੀ ਵੱਖਰੇ ਰਸਤੇ ਦੇ ਨਾਲ ਮਨਕੇਰਾ ਦੇ ਇਲਾਕੇ ਦੇ ਵਿੱਚ ਦਾਖਲ ਹੋਈ। ਵੱਖ-ਵੱਖ ਥਾਵਾਂ ਤੇ ਕਬਜ਼ਾ ਕਰਦਿਆਂ ਹੋਇਆਂ ਸਾਰੀਆਂ ਦੀਆਂ ਸਾਰੀਆਂ 3 ਟੁਕੜੀਆਂ ਮੁੜ ਕੇ ਮਨਕੇਰਾ ਸ਼ਹਿਰ ਦੇ ਨੇੜੇ ਆ ਪਹੁੰਚੀਆਂ। 3 ਟੁਕੜੀਆਂ ਦੇ ਇਕੱਠੇ ਹੋਣ ਤੋਂ ਬਾਅਦ ਪੂਰੇ ਮਨਕੇਰਾ ਨੂੰ ਘੇਰਾ ਪਾ ਲਿਆ ਗਿਆ ਅਤੇ ਪੂਰੇ ਦਾ ਪੂਰਾ ਮਨਕੇਰਾ ਹੁਣ ਖਾਲਸਾ ਫੌਜ ਦੇ ਅਧੀਨ ਜਾਂ ਕਹਿ ਲਓ ਕਬਜ਼ੇ ਦੇ ਵਿੱਚ ਆ ਚੁੱਕਾ ਸੀ। ਪਰ ਇਸ ਤੋਂ ਬਾਅਦ ਫਿਰ ਵੀ ਵੱਡਾ ਦਿਲ ਕਰਦਿਆਂ ਹੋਇਆਂ ਹਰੀ ਸਿੰਘ ਨਲਵਾ ਦੇ ਵੱਲੋਂ ਨਵਾਬ ਨੂੰ ਡੇਰਾ ਇਸਮਾਇਲ ਖਾਂ ਵੱਲ ਦੇ ਜਾਣ ਦੀ ਆਗਿਆ ਦੇ ਦਿੱਤੀ ਗਈ ਸੀ ਅਤੇ ਉਸ ਨੂੰ ਜਾਗੀਰ ਦੇ ਵਜੋਂ ਇੱਕ ਵੱਡੀ ਜ਼ਮੀਨ ਵੀ ਦਿੱਤੀ, ਜੋ ਉਸ ਦੇ ਉੱਤਰਾਧਿਕਾਰੀ 1836 ਤੱਕ ਇਸ ਇਲਾਕੇ ਦੇ ਉੱਤੇ ਬਣੇ ਰਹੇ। ਬੈਟਲ ਆਫ ਨੌਸ਼ਹਿਰਾ 1823। ਦੋਸਤੋ, 1818 ਦੇ ਵਿੱਚ ਸਿੱਖ ਪਹਿਲੀ ਵਾਰ ਪੇਸ਼ਾਵਰ ਦੇ ਵਿੱਚ ਦਾਖਲ ਹੋਏ ਸੀ, ਪਰ ਇਸ 'ਤੇ ਕਬਜ਼ਾ ਨਹੀਂ ਸੀ ਕਰ ਪਾਏ। ਉਹ ਇਸ ਦੇ ਬਾਰਕਜ਼ਾਈ ਗਵਰਨਰ ਯਾਰ ਮੁਹੰਮਦ ਖਾਨ ਤੋਂ ਨਜ਼ਰਾਨਾ ਲੈ ਕੇ ਸੰਤੁਸ਼ਟ ਸਨ। ਪਰ ਉਧਰ ਕਾਬਲ ਦੇ ਵਿੱਚ ਯਾਰ ਮੁਹੰਮਦ ਦੇ ਮਤਰਏ ਭਰਾ ਅਜ਼ੀਜ਼ ਖਾਨ ਨੇ ਸਿੱਖਾਂ ਦੀ ਅਧੀਨਤਾ ਨੂੰ ਕਬੂਲਣ ਦਾ ਇਨਕਾਰ ਕਰ ਦਿੱਤਾ ਅਤੇ ਅਫਗਾਨਾਂ ਦੇ ਸਨਮਾਨ ਨੂੰ ਉੱਚਾ ਕਰਨ ਦੇ ਲਈ ਇੱਕ ਵੱਡੀ ਤਾਕਤ ਦੇ ਸਿਰ 'ਤੇ ਯੁੱਧ ਕਰਨ ਦਾ ਐਲਾਨ ਕਰ ਦਿੱਤਾ। ਅਜ਼ੀਜ਼ ਖਾਂ ਆਪਣੇ ਪੇਸ਼ਾਵਰ ਭਰਾਵਾਂ ਅਤੇ ਕਸ਼ਮੀਰ ਦੇ ਹੋਏ ਨੁਕਸਾਨ ਦੋਵਾਂ ਦਾ ਹੀ ਬਦਲਾ ਲੈਣਾ ਚਾਹੁੰਦਾ ਸੀ। ਉਧਰ ਸਰਦਾਰ ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਦੇ ਅਲੜ ਪੁੱਤਰ ਦੀਵਾਨ ਕਿਰਪਾ ਰਾਮ ਅਤੇ ਖਾਲਸਾ ਸ਼ੇਰ ਸਿੰਘ ਦੇ ਸਮੇਤ 8000 ਆਦਮੀਆਂ ਦੇ ਨਾਲ ਅਟਕ ਦੇ ਵਿੱਚ ਖੈਰਾਬਾਦ ਦੀ ਸਿੱਖ ਚੌਂਕੀ ਦੇ ਵਿੱਚੋਂ ਹੁੰਦਿਆਂ ਹੋਇਆਂ ਸਿੰਧ ਪਾਰ ਕਰਨ ਵਾਲੇ ਸੀ। ਉਧਰ ਅਫਗਾਨਿਸਤਾਨ ਦੀ ਸੈਨਾ ਨੂੰ ਕਾਬਲ ਨਦੀ ਦੇ ਕੰਢੇ ਦੇ ਨੌਸ਼ਹਿਰੇ ਦੇ ਵਿੱਚ ਹਰੀ ਸਿੰਘ ਨਲਵਾ ਦੇ ਨਾਲ ਟੱਕਰਾ ਹੋਣ ਦੀ ਉਮੀਦ ਸੀ,
ਪਰ ਹਰੀ ਸਿੰਘ ਨਲਵਾ ਨੇ ਫੌਰੀ ਤੌਰ ਤੇ ਆਪਣੀ ਯੋਜਨਾ ਬਦਲੀ ਅਤੇ ਉਹਨਾਂ ਨੇ ਜਹਾਂਗੀਰਾਂ ਦੇ ਵਿੱਚ ਲੰਡਾਈ ਦੇ ਉੱਤਰ ਵੱਲ ਯੂਸਫ ਜਈ ਦੇ ਗੜ੍ਹ ਅਤੇ ਇਸ ਦੇ ਦੱਖਣ ਵਿੱਚ ਅਟੋਰਾ ਖਟਕ ਦੇ ਵਿੱਚ ਖਟਕ ਖੇਤਰ ਉੱਤੇ ਕਬਜ਼ਾ ਕਰਨ ਦੀ ਸੋਚੀ। ਦੋਸਤੋ, ਜਹਾਂਗੀਰਾ ਇੱਕ ਬਹੁਤ ਮਜ਼ਬੂਤ ਬੁਰਜਾਂ ਵਾਲਾ ਕਿਲ੍ਹਾ ਸੀ ਅਤੇ ਅਫਗਾਨ ਯੂਸਫ ਜਈਆਂ ਦੇ ਸਖਤ ਵਿਰੋਧ ਦੇ ਬਾਵਜੂਦ ਹਰੀ ਸਿੰਘ ਨਲਵਾ ਨੇ ਕਿਲ੍ਹੇ ਦੇ ਵਿੱਚ ਦਾਖਲ ਹੋ ਕੇ ਉੱਥੇ ਆਪਣਾ ਥਾਣਾ ਸਥਾਪਿਤ ਕਰ ਲਿਆ। ਬਾਕੀ ਫੌਜਾਂ ਨੇ ਲੰਡਾਈ ਨਦੀ ਨੂੰ ਮੁੜ ਪਾਰ ਕੀਤਾ ਅਤੇ ਅਕੋੜਾ ਦੇ ਵਿੱਚ ਆਪਣੇ ਆਧਾਰ ਕੈਂਪ ਵਿੱਚ ਵਾਪਸ ਪਰਤ ਗਏ। ਮੁਹੰਮਦ ਅਜ਼ੀਜ਼ ਖਾਨ ਨੇ ਹਰੀ ਸਿੰਘ ਨਲਵਾ ਦੀ ਸਥਿਤੀ ਤੋਂ ਤਕਰੀਬਨ 10 ਮੀਲ ਉੱਤਰ ਪੱਛਮ ਦੇ ਵਿੱਚ ਲੰਡਈ ਦੇ ਸੱਜੇ ਕੰਢੇ ਨੌਸ਼ਹਿਰਾ ਸ਼ਹਿਰ ਦੇ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਦੇ ਪਹੁੰਚਣ ਦੀ ਉਡੀਕ ਦੇ ਵਿੱਚ ਡੇਰਾ ਲਾਇਆ ਹੋਇਆ ਸੀ। ਦੋਸਤੋ, ਸਿੱਖਾਂ ਨੇ ਪਹਿਲਾਂ ਤੋਂ ਹੀ 2 ਲੜਾਈਆਂ ਤੈਅ ਕੀਤੀਆਂ ਹੋਈਆਂ ਸੀ, ਜਿਨ੍ਹਾਂ ਦੇ ਵਿੱਚੋਂ ਇੱਕ ਇਹ ਲੰਡਈ ਦੇ ਕਿਨਾਰੇ ਦੀ ਸੀ। ਦੋਸਤੋ, ਉੱਧਰ ਮਹਾਰਾਜਾ ਰਣਜੀਤ ਸਿੰਘ ਅਟਕ ਦੇ ਕਿਲ੍ਹੇ ਦੇ ਵਿੱਚ ਸਨ, ਪਰ ਜਦ ਉਹਨਾਂ ਨੂੰ ਇਹ ਪਤਾ ਲੱਗਾ ਕਿ ਹਰੀ ਸਿੰਘ ਨਲਵਾ ਨੇ ਦੋਵੇਂ ਪਾਸਿਓਂ ਅਫਗਾਨ ਕਬਾਇਲੀ ਗੜ੍ਹਾਂ ਨੂੰ ਹਰਾ ਦਿੱਤਾ ਹੈ, ਤਾਂ ਹਰੀ ਸਿੰਘ ਨਲਵਾ ਅਟਕ ਦੇ ਕਿਲ੍ਹੇ ਤੋਂ ਚੱਲ ਪੈਂਦੇ ਨੇ। ਉਹਨਾਂ ਨੇ ਅਕੋੜਾ ਦੇ ਹੇਠ ਇੱਕ ਕਿਲ੍ਹੇ ਤੇ ਲੰਡਾਈ ਨਦੀ ਨੂੰ ਪਾਰ ਕੀਤਾ ਅਤੇ ਜਹਾਂਗੀਰਾਂ ਦੇ ਕਿਲ੍ਹੇ ਦੇ ਲਾਗੇ ਆਪਣਾ ਡੇਰਾ ਆਣ ਲਾਇਆ। ਮਸ਼ਹੂਰ ਸੈਨਾ ਦੇ ਕਮਾਂਡਰ ਅਕਾਲੀ ਫੂਲਾ ਸਿੰਘ ਅਤੇ ਗੋਰਖਾ ਕਮਾਂਡਰ ਬਾਲ ਬਹਾਦਰ ਆਪਣੀਆਂ ਫੌਜਾਂ ਦੇ ਸਮੇਤ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਅੱਗੇ ਗਏ। ਅਫਗਾਨ ਬਾਰਕਜ਼ਾਈਆਂ ਨੇ ਦਰਿਆ ਦੇ ਪਾਰੋਂ ਲੜਾਈ ਹੁੰਦੀ ਵੇਖ ਲਈ ਸੀ, ਪਰ ਉਹ ਬਹੁਤ ਕੋਸ਼ਿਸ਼ ਦੇ ਬਾਵਜੂਦ ਲੰਡਾਈ ਨਦੀ ਨੂੰ ਪਾਰ ਨਹੀਂ ਸੀ ਕਰ ਪਾ ਰਹੇ। ਫਿਰ ਅਖੀਰ ਅਹਿਮਦ ਸ਼ਾਹ ਅਬਦਾਲੀ ਦੀ ਵਿਰਾਸਤ ਦੇ ਇਹਨਾਂ ਵਾਰਸਾਂ ਨੂੰ ਇਸ ਇਲਾਕੇ ਤੋਂ ਭੱਜ ਕੇ ਜਲਾਲਾਬਾਦ ਦੀ ਦਿਸ਼ਾ ਦੇ ਵੱਲ ਨੂੰ ਚਾਲੇ ਪਾਉਣੇ ਪਏ, ਜਿਸ ਤੋਂ ਬਾਅਦ ਇਹ ਲੜਾਈ ਸਫਲਤਾਪੂਰਵਕ ਖਾਲਸਾ ਫੌਜ ਦੇ ਪਾਲੇ ਵਿੱਚ ਆ ਡਿੱਗੀ। ਬੈਟਲ ਆਫ ਸਿਰੀਕੋਟ 1824। ਦੋਸਤੋ, ਇਹ ਸਿਰੀਕੋਟ ਹਰੀਪੁਰ, ਜੋ ਕਿ ਸਰਦਾਰ ਹਰੀ ਸਿੰਘ ਨਲਵਾ ਦੇ ਨਾਮ ਦੇ ਉੱਤੇ ਵਸਾਇਆ ਹੋਇਆ ਸ਼ਹਿਰ ਸੀ, ਉਸ ਦੇ ਉੱਤਰ ਪੱਛਮ ਦੇ ਵਿੱਚ ਮਹਿਜ਼ 10 ਮੀਲ ਤੋਂ ਵੀ ਘੱਟ 'ਤੇ ਸੀ। ਇਹ ਮਸ਼ਵਨੀ ਪਿੰਡ ਰਾਜਨੀਤਿਕ ਤੌਰ ਤੇ ਗਾਂਧਗੜ੍ਹ ਰੇਂਜ ਦੇ ਉੱਤਰ ਪੂਰਬ ਸਿਰੇ ਦੇ ਸਿਖਰਲੇ ਅਤੇ ਇੱਕ ਬੇਸੀਨ ਦੇ ਵਿੱਚ ਰੱਖਿਆ ਹੋਇਆ ਸੀ, ਜੋ ਬਗਾਵਤ ਕਰਨ ਵਾਲਿਆਂ ਦੇ ਲਈ ਇੱਕ ਕਾਫੀ ਸੁਰੱਖਿਅਤ ਟਿਕਾਣਾ ਮੰਨਿਆ ਜਾਂਦਾ ਸੀ। ਹਰੀ ਸਿੰਘ ਨਲਵਾ 1824 ਦੀ ਬਾਰਿਸ਼ ਤੋਂ ਪਹਿਲਾਂ ਸਿਰੀਕੋਟ ਦੇ ਵੱਲ ਚਲੇ ਗਏ ਸਨ। ਉਧਰ ਮਹਾਰਾਜਾ ਰਣਜੀਤ ਸਿੰਘ ਦੀ 1824 ਦੀਆਂ ਸਰਦੀਆਂ ਦੇ ਲਈ ਫੌਜੀ ਮੁਹਿੰਮ ਪੇਸ਼ਾਵਰ ਅਤੇ ਕਾਬੁਲ ਦੇ ਵੱਲ ਨੂੰ ਤੈਅ ਕੀਤੀ ਗਈ ਸੀ। ਵਜ਼ੀਰਾਬਾਦ ਦੇ ਵਿੱਚ ਤਾਇਨਾਤ ਹੋਣ ਦੇ ਸਮੇਂ ਉਸ ਨੂੰ ਸਰਦਾਰ ਹਰੀ ਸਿੰਘ ਦੁਆਰਾ ਇੱਕ ਅਰਜੀ, ਜੋ ਕਿ ਲਿਖਤੀ ਪਟੀਸ਼ਨ ਦੇ ਰੂਪ ਦੇ ਵਿੱਚ ਸੀ, ਉਹ ਮਿਲਦੀ ਹੈ, ਜਿਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਉਹਨਾਂ ਦੇ ਆਦਮੀ ਬਹੁਤ ਥੋੜ੍ਹੇ ਨੇ। ਕਹਿ ਲਓ ਕਿ ਇੱਕ ਸਿੱਖ ਨੂੰ 10 ਅਫਗਾਨ ਆਉਂਦੇ ਨੇ, ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਜਿਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਵੱਲੋਂ ਇੱਕ ਮਾਰਚ ਕੀਤਾ ਗਿਆ, ਜੋ ਰੋਹਤਾਸ ਦੇ ਲਈ ਕੀਤਾ ਗਿਆ ਸੀ। ਉਹ ਰਾਵਲਪਿੰਡੀ ਅਤੇ ਸਰਾਏ ਕਲਾਂ ਦੇ ਰਾਹੀਂ ਹੁੰਦੇ ਹੋਏ ਆਪਣੇ ਵੱਡੇ ਕਾਫਲੇ ਦੇ ਨਾਲ ਸਿਰੀਕੋਟ ਪਹੁੰਚੇ। ਹੁਣ ਸਿੱਖ ਫੌਜ ਦੀ ਐਡੀ ਵੱਡੀ ਪਹੁੰਚ ਦੀ ਖਬਰ ਜਦ ਮਿਲੀ ਤਾਂ ਉਸ ਦੇ ਬਾਅਦ ਅਫਗਾਨ ਵਾਪਸ ਚਲੇ ਗਏ। ਇੱਕ ਫੇਰੇ ਦੇ ਨਾਲ ਹੀ ਉਹਨਾਂ ਨੇ ਇੱਕ ਵੱਡੀ ਲੜਾਈ ਹੋਣੋਂ ਟਾਲੀ ਅਤੇ ਦੁਸ਼ਮਣ ਨੂੰ ਸਮਝਦਿਆਂ ਹੋਇਆਂ ਡਰਾਉਣ ਦੇ ਲਈ ਇੱਕ, ਤੁਸੀਂ ਕਹਿ ਸਕਦੇ ਹੋ ਕਿ ਇੱਕ ਕਿਸਮ ਦੀ ਸਟ੍ਰੈਟਜੀ ਅਪਣਾਈ ਅਤੇ ਇਸ ਜਿੱਤ ਨੂੰ ਦਰਜ ਕੀਤਾ। ਬੈਟਲ ਆਫ ਸੈਦੂ 1827 ਇੱਕ ਵੱਡੀ ਜੰਗ, ਜਿਸ ਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ। ਦੋਸਤੋ, ਯੂਸਫ ਜ਼ਈਆਂ ਨੂੰ ਛਡਾਉਣ ਵਾਲਾ ਇੱਕ ਸੈਯਦ ਮੁਹੰਮਦ ਦੇ ਰੂਪ ਦੇ ਵਿੱਚ ਆਇਆ ਸੀ, ਜਿਹੜਾ ਹਿੰਦਕੀ ਹੋਣ ਦੇ ਬਾਵਜੂਦ ਉਹਨਾਂ ਦੁਆਰਾ ਇੱਕ ਆਗੂ ਦੇ ਵਜੋਂ ਸਵੀਕਾਰ ਕਰ ਲਿਆ ਸੀ ਕਿ ਭਾਵੇਂ ਹਿੰਦਕੀ ਸੀ, ਪਰ ਯੂਸਫ ਜ਼ਈਆਂ ਨੇ ਆਪਣਾ ਲੀਡਰ ਕਹਿ ਲਓ ਉਸ ਨੂੰ ਮਨਜ਼ੂਰ ਕਰ ਲਿਆ ਸੀ, ਸਵੀਕਾਰ ਕਰ ਲਿਆ ਸੀ। ਬੁੱਧ ਸਿੰਘ ਸੰਧਾਵਾਲੀਆ 4000 ਘੋੜਸਵਾਰਾਂ ਦੇ ਨਾਲ ਯੂਸਫ ਜ਼ਈ ਬਗਾਵਤ ਨੂੰ ਦਬਾਉਣ ਦੇ ਵਿੱਚ ਸਹਾਇਤਾ ਦੇ ਲਈ ਅਟਕ ਦੇ ਵੱਲ ਭੇਜੇ ਗਏ ਸੀ। ਮਹਾਰਾਜਾ ਰਣਜੀਤ ਸਿੰਘ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਉਹਨਾਂ ਨੂੰ ਉਸ ਤੋਂ ਬਾਅਦ ਪੇਸ਼ਾਵਰ ਦੇ ਵੱਲ ਜਾਣਾ ਸੀ ਅਤੇ ਯਾਰ ਮੁਹੰਮਦ ਖਾਨ ਬਾਰਕਜ਼ਾਈ ਤੋਂ ਨਜ਼ਰਾਨਾ ਇਕੱਠਾ ਕਰਨਾ ਸੀ। ਬੁੱਧ ਸਿੰਘ ਨੇ ਸੈਯਦ ਦੇ ਬਾਰੇ ਸਭ ਤੋਂ ਪਹਿਲਾਂ ਸੁਣਿਆ ਜਦੋਂ ਉਹਨਾਂ ਨੇ ਸਿੰਧ ਦਰਿਆ ਨੂੰ ਪਾਰ ਕੀਤਾ ਸੀ
ਅਤੇ ਖੈਰਾਬਾਦ ਦੇ ਇਲਾਕੇ ਦੇ ਨੇੜੇ ਡੇਰਾ ਲਾਇਆ ਸੀ। ਮਹਾਰਾਜਾ ਰਣਜੀਤ ਸਿੰਘ ਅਜੇ ਵੀ ਬਿਮਾਰ ਸੀ ਜਦੋਂ ਯੂਸਫ ਜ਼ਈ ਕਿਸਾਨੀ ਦੀ ਇੱਕ ਵੱਡੀ ਫੋਰਸ ਦੇ ਸਿਰ ਤੇ ਆਉਣ ਦੀ ਖਬਰ ਉਹਨਾਂ ਦੇ ਕੋਲ ਪਹੁੰਚੀ। ਨੌਸ਼ਹਿਰਾ ਦੀ ਲੜਾਈ ਦੇ ਵਿੱਚ ਯੂਸਫ ਜ਼ਈ ਦੀ ਬਹਾਦਰੀ ਅਜੇ ਵੀ ਉਸ ਦੇ ਦਿਮਾਗ ਦੇ ਵਿੱਚ ਚਰਮ ਸੀਮਾ 'ਤੇ ਸੀ। ਇਹ ਖਬਰ ਮਿਲਣ 'ਤੇ ਉਹਨਾਂ ਨੇ ਤੁਰੰਤ ਸਾਰੀਆਂ ਤਾਕਤਾਂ ਨੂੰ ਇਕੱਠਾ ਕੀਤਾ ਅਤੇ ਤੁਰੰਤ ਉਹਨਾਂ ਨੂੰ ਸਰਹੱਦ ਦੇ ਵੱਲ ਜਾਣ ਦਾ ਆਦੇਸ਼ ਦੇ ਦਿੱਤਾ ਗਿਆ। ਪੇਸ਼ਾਵਰ ਵਿਚਲੇ ਬਾਰਕਜ਼ਾਈਆਂ ਹਾਲਾਂਕਿ ਬਾਹਰੀ ਤੌਰ 'ਤੇ ਸਿੱਖਾਂ ਦੇ ਪ੍ਰਤੀ ਵਫਾਦਾਰੀ ਦਾ ਵਾਅਦਾ ਕਰਦੇ ਸਨ, ਦਾਅਵਾ ਕਰਦੇ ਸਨ, ਪਰ ਅਸਲ ਦੇ ਵਿੱਚ ਦੂਜੇ ਅਫਗਾਨਾਂ ਦੇ ਨਾਲ ਸੰਪਰਕ ਵਿੱਚ ਵੀ ਸਨ। ਸੈਯਦ ਨੇ ਪੇਸ਼ਾਵਰ ਤੋਂ ਨੌਸ਼ਹਿਰਾ ਦੀ ਦਿਸ਼ਾ ਵਿੱਚ ਮਾਰਚ ਕੀਤਾ। ਸਰਦਾਰ ਬੁੱਧ ਸਿੰਘ ਨੇ ਸੈਯਦ ਨੂੰ ਚਿੱਠੀ ਲਿਖ ਕੇ ਆਪਣੀ ਮਨਸ਼ਾ ਸਪਸ਼ਟ ਕਰਨ ਦੀ ਮੰਗ ਕੀਤੀ। ਸੈਯਦ ਨੇ ਜਵਾਬ ਦਿੱਤਾ ਕਿ ਉਹ ਪਹਿਲਾਂ ਅਟਕ ਦਾ ਕਿਲ੍ਹਾ ਫਤਿਹ ਕਰਨਾ ਚਾਹੁੰਦਾ ਸੀ ਅਤੇ ਫਿਰ ਬੁੱਧ ਸਿੰਘ ਨਾਲ ਲੜਾਈ ਕਰਨਾ ਚਾਹੁੰਦਾ ਸੀ। ਹਰੀ ਸਿੰਘ ਨਲਵਾ ਜੋ ਕਿ ਕਿਲ੍ਹੇ ਦੇ ਉੱਤੇ ਪਹਿਰਾਦਾਰੀ 'ਤੇ ਖੜ੍ਹੇ ਸਨ ਅਤੇ ਸੈਯਦ ਅਤੇ ਉਸ ਦੇ ਆਦਮੀਆਂ ਨੂੰ ਨਦੀ ਪਾਰ ਕਰਨ ਤੋਂ ਰੋਕਣ ਦੇ ਇਰਾਦੇ ਨਾਲ ਲਾਹੌਰ ਤੋਂ ਫੌਜ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਸਨ। ਖਬਰਾਂ ਸਿੱਖਾਂ ਤੱਕ ਪਹੁੰਚੀਆਂ ਸਨ ਕਿ ਸੈਯਦ ਦੇ ਨਾਲ ਆਏ ਜਹਾਦੀਆਂ ਨੇ ਕਈ ਹਜ਼ਾਰ ਦੀ ਗਿਣਤੀ ਦੇ ਵਿੱਚ ਘੋੜੇ ਬੰਨੇ ਹੋਏ ਨੇ, ਜਿਸ ਤੋਂ ਪਤਾ ਲੱਗਦਾ ਸੀ ਕਿ ਉਹਨਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ। ਸੈਯਦ ਅਤੇ ਸਿੱਖਾਂ ਦੇ ਵਿੱਚ ਇਹ ਲੜਾਈ 14 ਫਰਵਰੀ 1827 ਨੂੰ ਲੜੀ ਗਈ ਸੀ। ਇਤਿਹਾਸਕਾਰ ਦੇ ਮੁਤਾਬਕ ਇਹ ਜੰਗ ਸਵੇਰੇ 10 ਵਜੇ ਸ਼ੁਰੂ ਹੋ ਗਈ ਸੀ। ਅੱਲਾਹੁ ਅਕਬਰ ਦੇ ਨਾਅਰੇ ਅਤੇ ਜਵਾਬ ਦੇ ਵਿੱਚ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ ਦੇ ਨਾਅਰੇ ਅਸਮਾਨ ਦੇ ਵਿੱਚ ਗੂੰਜਦੇ ਸੁਣਦੇ ਸਨ। ਪਰ ਸਿੱਖਾਂ ਨੇ ਇਸ ਦਾ ਲੱਭੇ ਲੁਬਾਬ ਇਹ ਹੈ ਕਿ ਉਹਨਾਂ ਨੇ ਆਪਣੇ ਵਿਰੋਧੀਆਂ ਨੂੰ ਪਛਾੜਿਆ, ਬਲਕਿ ਪਛਾੜਿਆ ਹੀ ਨਹੀਂ, ਸਿੱਖਾਂ ਨੇ ਵਿਰੋਧੀਆਂ ਨੂੰ ਭਜਾਉਣ ਤੋਂ ਬਾਅਦ ਆਪਣੀਆਂ ਸਾਰੀਆਂ ਤੋਪਾਂ, ਡਾਂਗਾਂ ਅਤੇ ਡੇਰੇ ਦੇ ਸਮਾਨ ਲੈ ਕੇ ਉਹਨਾਂ ਦਾ 6 ਮੀਲ ਤੱਕ ਪਿੱਛਾ ਕੀਤਾ ਅਤੇ ਆਪਣੇ ਸਿਪਾਹੀਆਂ ਨੂੰ ਇੱਕ ਜੇਤੂ ਫੌਜ ਹੋਣ ਦਾ ਅਹਿਸਾਸ ਕਰਵਾਇਆ। ਬੈਟਲ ਆਫ ਪੇਸ਼ਾਵਰ 1834। ਦੋਸਤੋ, ਪੇਸ਼ਾਵਰ ਬਹੁਤ ਅਰਸੇ ਤੋਂ ਅਫਗਾਨਾਂ ਦਾ ਤਕੜਾ ਗੜ੍ਹ ਰਿਹਾ ਸੀ। ਆਪਣੇ ਆਪ ਨੂੰ ਬੜੇ ਤਾਕਤਵਰ, ਬਲਵਾਨ ਅਤੇ ਧੱਕੜ ਕਹਾਉਣ ਵਾਲੇ ਲਾਤਾਦਾਦ ਰਾਜੇ ਮਹਾਰਾਜਿਆਂ ਨੇ ਇਸ ਉੱਪਰ ਕਬਜ਼ਾ ਕਰਨ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ, ਪਰ ਸਭ ਅਸਫਲ ਰਹੇ। ਪੇਸ਼ਾਵਰ ਨੂੰ ਫਤਿਹ ਕਰਨ ਦੇ ਲਈ ਬਰਤਾਨੀਆ, ਰੂਸ ਅਤੇ ਈਰਾਨ ਵਾਲੇ ਬਹੁਤ ਕੋਸ਼ਿਸ਼ਾਂ ਕਰ ਰਹੇ ਸਨ। ਭਾਵੇਂ ਪੇਸ਼ਾਵਰ ਦਾ ਇਲਾਕਾ ਕਈ ਸਾਲਾਂ ਤੋਂ ਸਿੱਖ ਰਾਜ ਦੇ ਅਧੀਨ ਸੀ, ਪਰ ਬਾਰਕਜ਼ਾਈ ਸਰਦਾਰ ਵਕਤਨ ਫਵਕਤਨ ਗੜਬੜੀਆਂ ਕਰਦੇ ਰਹਿੰਦੇ ਸਨ। ਦੋਸਤੋ, ਪੇਸ਼ਾਵਰ ਨੂੰ ਪਹਿਲਾਂ ਗੰਧਾਰਾ ਵੀ ਕਿਹਾ ਜਾਂਦਾ ਸੀ ਕਿਉਂਕਿ ਇਸ ਦੀ ਰਾਜਧਾਨੀ ਫਿਰੋਜ਼ਪੁਰ ਸੀ। ਰਾਜਾ ਪੋਰਸ ਨੇ ਇਸ ਨੂੰ ਵਸਾਇਆ ਸੀ। ਇਹ ਇਲਾਕਾ ਚੰਦਰਗੁਪਤ ਮੌਰੀਆ ਦੇ ਅਧੀਨ ਵੀ ਰਿਹਾ। ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਦੇ ਅਨੁਸਾਰ ਚੰਦਰਗੁਪਤ ਮੌਰੀਆ ਨੇ ਅੱਜ ਤੋਂ 2200 ਸਾਲ ਪਹਿਲਾਂ ਹਿੰਦੁਸਤਾਨ ਦੀ ਉਹ ਕੁਦਰਤੀ ਸਰਹੱਦ ਕਾਇਮ ਕਰ ਦਿੱਤੀ ਸੀ ਜਿਸ ਦੇ ਲਈ ਅੱਜ ਤੱਕ ਸੰਸਾਰ ਦੀਆਂ ਵੱਡੀਆਂ ਤਾਕਤਾਂ ਬਾਵਜੂਦ ਯਤਨ ਦੇ ਕਦੇ ਕਾਮਯਾਬ ਨਹੀਂ ਹੋ ਸਕੀਆਂ। ਮਹਾਰਾਜਾ ਰਣਜੀਤ ਸਿੰਘ ਦੀ ਸੋਚ ਸੀ ਕਿ ਉਹ ਪੰਜਾਬ ਦੀ ਪੁਰਾਣੀ ਚੰਦਰਗੁਪਤ ਮੌਰੀਆ ਦੇ ਵਾਲੀ ਸਰਹੱਦ ਦੇ ਤੱਕ ਸਿੱਖ ਰਾਜ ਦੇ ਝੰਡੇ ਨੂੰ ਚਲਾਉਣ, ਪਰ ਅਫਸੋਸ ਕਿ ਹਰੀ ਸਿੰਘ ਨਲਵਾ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਬੇਵਕਤ ਚਲਾਣੇ ਕਰ ਜਾਣ ਕਾਰਨ ਇਹ ਕੰਮ ਅਧੂਰਾ ਰਹਿ ਗਿਆ। ਖੈਰ, ਪੇਸ਼ਾਵਰ ਦੀ ਜਿੱਤ ਦੀ ਕਹਾਣੀ ਇੱਕ ਬਹੁਤ ਲੰਬੀ ਹੈ, ਪਰ ਇੱਕ ਖੱਤ ਜੋ ਪੇਸ਼ਾਵਰ ਦੀ ਜਿੱਤ ਦੇ ਸੰਬੰਧ ਦੇ ਵਿੱਚ ਲਿਖਿਆ ਗਿਆ ਮਹਾਰਾਜਾ ਰਣਜੀਤ ਸਿੰਘ ਦੇ ਵੱਲੋਂ ਅਤੇ ਭੇਜਿਆ ਗਿਆ ਕੈਪਟਨ ਵੇਡ ਜੋ ਕਿ ਉਸ ਵਕਤ ਲੁਧਿਆਣਾ ਦੇ ਏਜੰਟ ਹੋਇਆ ਕਰਦੇ ਸਨ, ਉਹ ਤੁਹਾਨੂੰ ਹੂਬਹੂ ਪੜ੍ਹ ਕੇ ਸੁਣਾਉਣਾ ਚਾਹੁੰਦਾ। ਮਹਾਰਾਜਾ ਰਣਜੀਤ ਸਿੰਘ ਖੱਤ ਸ਼ੁਰੂ ਕਰਦੇ ਨੇ ਕਿ ਰੱਬੀ ਕਿਰਪਾ ਦੇ ਸਦਕਾ ਇਸ ਸੁਭਾਗਸ਼ਾਲੀ ਅਤੇ ਕਲਿਆਣਕਾਰੀ ਸਮੇਂ ਮੈਂ ਖੁਸ਼ੀ ਭਰੀ ਖਬਰ ਸੁਣ ਕੇ ਬਹੁਤ ਆਨੰਦਿਤ ਹਾਂ। ਬਾਰਕਜ਼ਾਈ ਸਰਦਾਰਾਂ ਦੀ ਦਰਿੰਦਗੀ ਅਤੇ ਹੀਣਤਾ ਦੇ ਕਾਰਨ 12,000 ਘੋੜਸਵਾਰ ਅਤੇ ਪਿਆਦਿਆਂ ਨੇ ਸਾਡੇ ਸੈਨਿਕਾਂ ਦੇ ਨਾਲ ਮਾੜਾ ਸਲੂਕ ਕੀਤਾ। ਕਵਰ ਨੌਨਿਹਾਲ ਨੇ ਨੇਜਾ ਫੜ ਕੇ ਹਰੀ ਸਿੰਘ ਨਲਵਾ ਦੇ ਨਾਲ ਮਿਸਟਰ ਕੋਟ ਦੇ ਤੋਪਖਾਨੇ ਅਤੇ ਹੋਰ ਅਸਲੇ ਦੀ ਵਰਤੋਂ ਕਰਕੇ ਹੋਸ਼ੋ ਹਵਾਸ਼ ਦੇ ਨਾਲ ਜਦੋਂ ਹਮਲਾ ਕੀਤਾ ਤਾਂ ਬੁਜ਼ਦਿਲ ਅਤੇ ਡਰਪੋਕ ਬਾਰਕਜ਼ਾਈ ਆਪਣੇ ਬਚਾਅ ਦੇ ਲਈ ਜਿੱਧਰ ਰਸਤਾ ਮਿਲਿਆ ਦੌੜ ਨਿਕਲੇ। ਮੇਰੇ ਅਫਸਰਾਂ ਨੇ ਪਿਸ਼ੌਰ ਨੂੰ ਕਾਬੂ ਕਰਕੇ ਉੱਥੇ ਦੇ ਲੋਕਾਂ ਦੀਆਂ ਜ਼ਿੰਦਗੀਆਂ ਅਤੇ ਦੌਲਤ ਨੂੰ ਬਚਾਇਆ।
ਸ਼ਾਮ ਦੇ ਸਮੇਂ ਸ਼ਹਿਰ ਦੇ ਅੰਦਰ ਦੀਪਮਾਲਾ ਕੀਤੀ ਗਈ। ਹਿੰਦੂ ਅਤੇ ਮੁਸਲਮਾਨਾਂ ਨੇ ਇਸ ਕਾਰਵਾਈ ਨੂੰ ਦਿਲੋਂ ਸਲਾਹਿਆ ਕਿਉਂਕਿ ਉਹ ਇਹਨਾਂ ਦੇ ਜ਼ੁਲਮਾਂ ਤੋਂ ਬਚ ਗਏ ਨੇ। ਪਿਸ਼ੌਰ ਦੀ ਜਿੱਤ ਸਿੱਖ ਰਾਜ ਦੀ ਸਭ ਤੋਂ ਮਹਾਨ ਜਿੱਤ ਹੈ ਅਤੇ ਇਸ ਦਾ ਸਾਰਾ ਸਿਹਰਾ ਜਰਨੈਲ ਹਰੀ ਸਿੰਘ ਨਲਵਾ ਨੂੰ ਜਾਂਦਾ ਹੈ। ਇਸ ਦੇ ਨਾਲ ਹੀ ਇਸ ਖੱਤ ਦੀ ਸਮਾਪਤੀ ਹੋ ਜਾਂਦੀ ਹੈ। ਦੋਸਤੋ, ਪੇਸ਼ਾਵਰ ਦੀ ਜਿੱਤ ਤੋਂ ਬਾਅਦ ਅਗਲੇ ਸਾਲ ਬਸੰਤ ਰੁੱਤੇ ਮਹਾਰਾਜਾ ਰਣਜੀਤ ਸਿੰਘ ਉੱਥੇ ਖੁਦ ਗਏ ਸਨ ਅਤੇ ਸਾਰਾ ਰਾਜ ਪ੍ਰਬੰਧ ਵੇਖ ਕੇ ਸਰਦਾਰ ਨਲੂਆ ਦੀ ਭਾਰੀ ਸ਼ਲਾਘਾ ਕੀਤੀ ਸੀ। ਉਹਨਾਂ ਇੱਕ ਵੱਡਾ ਦਰਬਾਰ ਸਜਾਇਆ ਜਿਸ ਦੇ ਵਿੱਚ ਇਲਾਕੇ ਦੇ ਰਹੀਸਾਂ ਖਾਨਾਂ ਆਦੀਆਂ ਨੇ ਖੁਸ਼ੀ-ਖੁਸ਼ੀ ਨਜ਼ਰਾਨਾ ਸਰਕਾਰ ਨੂੰ ਭੇਟ ਕੀਤਾ। ਇਸ ਬਦਲੇ ਸ਼ੇਰੇ ਪੰਜਾਬ ਨੇ ਇਹਨਾਂ ਨੂੰ ਜਾਗੀਰਾਂ ਬਖਸ਼ੀਆਂ ਜਿਹੜੀਆਂ ਬਾਜੇ ਘਰਾਣੇ ਦੇ ਬੰਦਿਆਂ ਦੇ ਕੋਲ ਹੋਤੀ ਮਰਦਾਨ ਦੇ ਸਮੇਂ ਦੇ ਤੱਕ ਵੀ ਹਾਸਲ ਸਨ। ਖੈਰ ਦੋਸਤੋ, ਇਸ ਤੋਂ ਬਾਅਦ ਆਖਰੀ ਜੰਗ ਜੋ ਜਮਰੌਦ ਦੇ ਵਿੱਚ ਹੋਈ, ਪੇਸ਼ਾਵਰ ਤੋਂ 10 ਮੀਲ ਦੂਰ ਜਮਰੌਦ ਦਾ ਕਿਲ੍ਹਾ ਜਿੱਥੇ ਹਰੀ ਸਿੰਘ ਨਲਵਾ ਦੇ ਵੱਲੋਂ ਤਾਮੀਲ ਕਰਵਾਇਆ ਗਿਆ ਸੀ। ਹਰੀ ਸਿੰਘ ਨਲਵਾ ਦੀ ਇਸ ਜੰਗ ਦਾ ਜ਼ਿਕਰ ਅਗਲੇ ਚੈਪਟਰ ਦੇ ਵਿੱਚ ਮੁਨਸਲਿਕ ਹੈ ਕਿਉਂਕਿ ਉਹਨਾਂ ਦੇ ਆਖਰੀ ਸਫ਼ਰ ਦੀ ਦਾਸਤਾਂ ਅਸੀਂ ਲਾਸਟ ਚੈਪਟਰ ਜੋ ਕਿ 10ਵਾਂ ਚੈਪਟਰ ਹੈ ਉਸ ਦੇ ਵਿੱਚ ਸਮਾਪਤੀ ਕੀਤੀ ਹੈ ਇਸ ਸੀਰੀਜ਼ ਦੀ। ਉੱਥੇ ਇਸ ਦਾ ਜ਼ਿਕਰ ਤੁਹਾਨੂੰ ਮਿਲਣਾ ਹੀ ਮਿਲਣਾ ਹੈ। ਇਸ ਕਰਕੇ ਇਸ ਦੇ ਵਿੱਚ ਜੋ ਕਿ ਪਹਿਲਾਂ ਹੀ ਬਹੁਤ ਮੇਰੇ ਖਿਆਲ ਨਾਲ ਸਭ ਤੋਂ ਲੰਮਾ ਚੈਪਟਰ ਹੋ ਚੁੱਕਿਆ ਹੈ, ਇਸ ਦੇ ਵਿੱਚ ਉਸ ਦਾ ਜ਼ਿਕਰ ਨਾ ਕੀਤਾ ਜਾਵੇ ਤਾਂ ਬਿਹਤਰ ਹੈ ਕਿਉਂਕਿ ਤੁਸੀਂ ਅਗਲੇ ਚੈਪਟਰ ਦੇ ਵਿੱਚ ਉਸ ਦਾ ਜ਼ਿਕਰ ਵੇਖਣਾ ਹੀ ਵੇਖਣਾ ਹੈ ਕਿਉਂਕਿ ਲਾਜ਼ਮ ਹੈ ਉਹਨਾਂ ਦੇ ਆਖਰੀ ਸਮੇਂ ਦੀ ਗੱਲ ਉਸ ਜੰਗ ਤੋਂ ਬਗੈਰ ਕਿਵੇਂ ਕੀਤੀ ਜਾ ਸਕਦੀ ਹੈ। ਇਸ ਲਈ ਇਸ ਚੈਪਟਰ ਨੂੰ ਇੱਥੇ ਖਤਮ ਕਰਦੇ ਹਾਂ ਅਤੇ ਆਪਣਾ ਆਖਰੀ ਚੈਪਟਰ 10ਵਾਂ ਚੈਪਟਰ ਛੇਤੀ ਹੀ 1-2 ਦਿਨ ਦੇ ਵਿੱਚ ਆਪਾਂ ਪਬਲਿਸ਼ ਕਰ ਦਿਆਂਗੇ। ਮੈਂ ਸਾਂ ਪ੍ਰਿੰਸ ਚੋਗਾਮਾ। ਚੰਗਾ ਲੱਗੇ ਤਾਂ ਸਬਸਕ੍ਰਾਈਬ, ਲਾਈਕ, ਫੋਲੋ, ਕਮੈਂਟ ਕਰਕੇ ਜ਼ਰੂਰ ਐਪਰੀਸ਼ੀਏਟ ਕਰਨਾ। ਧੰਨਵਾਦ।